ਸਤਨਾਮ ਸ਼੍ਰੀ ਵਾਹਿਗੁਰੂ ਜੀ। ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਅੱਜ ਦੇ ਪਾਵਨ ਪਵਿੱਤਰ ਸ਼ਬਦ ਰਾਹੀਂ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਾਹਿਬ ਜੀ ਕਹਿੰਦੇ ਨੇ, ਜਦੋਂ ਸੁਹਾਵਣੀ ਰੁੱਤ ਬਣਦੀ ਹੈ, ਬਿਜਲੀ ਚਮਕਦੀ ਹੈ, ਬੱਦਲ ਗਰਜਦੇ ਨੇ, ਉਦੋਂ ਕੁਝ ਮਹਿਸੂਸ ਹੋਣ ਲੱਗ ਪੈਂਦਾ ਕਿ ਜਿਵੇਂ ਹੁਣ ਇਹ ਚਮਕਦੀ ਹੋਈ ਬਿਜਲੀ, ਗਰਜਦੇ ਹੋਏ ਬੱਦਲ, ਬਣੇ ਹੋਏ ਅਸਮਾਨ ਵਿੱਚ ਬੱਦਲ ਜਿਹੜੇ ਨੇ ਇਹ ਵਰਖਾ ਹੋਏਗੀ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਫਿਰ ਜਦੋਂ ਸ਼ਹਿਬਰ ਲੱਗਦੀ ਹੈ, ਉਸ ਬਰਸਾਤ ਰਾਹੀਂ ਜਦੋਂ ਇਸ ਧਰਤੀ ਦੇ ਉੱਤੇ ਸ਼ਹਿਬਰ ਲੱਗਦੀ, ਪਾਣੀ ਜਲ ਥਲ ਹੋ ਜਾਂਦਾ ਹੈ, ਉਸ ਦੇ ਨਾਲ ਕੀ ਹੁੰਦਾ? ਸਾਹਿਬ ਜੀ ਕਹਿੰਦੇ ਬਹੁਤ ਅੰਨ ਧਨ ਪੈਦਾ ਹੁੰਦਾ ਹੈ। ਇਹ ਅੰਨ ਧਨ ਪੈਦਾ ਹੋਇਆ ਜੀਵ ਦੇ ਵਾਸਤੇ ਜਿਹੜਾ ਰਿਜ਼ਕ ਪਰਮਾਤਮਾ ਨੇ ਬਣਾਇਆ ਹੋਇਆ ਹੈ। ਮੇਰੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਫਿਰ ਜੀਵ ਉਸ ਪਦਾਰਥ ਨੂੰ ਜਦੋਂ ਛਕਦੇ ਨੇ, ਤ੍ਰਿਪਤ ਹੋ ਜਾਂਦੇ ਨੇ, ਤੇ ਉਸ ਪਦਾਰਥ ਤੋਂ ਛਕਣ ਤੋਂ ਬਾਅਦ ਜਿਹੜੇ ਪਦਾਰਥ ਵੱਧ ਗਏ, ਭਾਵ ਕਿ ਜਿਸ ਤਰ੍ਹਾਂ ਅਨਾਜ ਪੈਦਾ ਹੋਇਆ, ਸਤਿਗੁਰੂ ਮਹਾਰਾਜ ਜੀ ਕਹਿੰਦੇ ਅਨਾਜ ਨੂੰ ਜਦੋਂ ਜ਼ਿਮੀਂਦਾਰ ਨੇ ਵੇਚ ਲਿਆ, ਬਹੁਤ ਪੈਸਾ ਧਨ ਉਹਦੇ ਕੋਲੇ ਆਇਆ, ਉਹਦੇ ਜਿੱਥੇ ਅੰਦਰ ਇਹ ਤ੍ਰਿਪਤੀ ਹੋ ਗਈ ਕਿ ਉਹਨੂੰ ਭੋਜਨ ਛਕਣ ਵਾਸਤੇ ਮਿਲ ਗਿਆ, ਦੂਸਰੀ ਖੁਸ਼ੀ ਉਹਨੂੰ ਇਹ ਹੋਈ ਕਿ ਸੁੱਖ ਸੁਖਾਂ ਨਾਲ ਅਨਾਜ ਉਹਦੇ ਘਰ ਵਿੱਚ ਆ ਗਿਆ। ਚਾਹੇ ਉਹਨੇ ਵੇਚ ਲਿਆ, ਮੰਡੀ ਵਿੱਚ ਜਾ ਕੇ ਪੈਸੇ ਉਹਨੂੰ ਮਿਲ ਗਏ। ਮੇਰੇ ਸਾਹਿਬ ਜੀ ਕਹਿੰਦੇ ਜੀਵ ਖੁਸ਼ ਹੋ ਗਿਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨਾਲ ਹੀ ਇਹ ਗੱਲ ਕਹਿੰਦੇ ਨੇ ਕਿ ਕਦੀ ਕਦੀ ਐਸਾ ਵੀ ਹੋ ਜਾਂਦਾ ਹੈ ਕਿ ਇਹ ਜਿਹੜੀ ਫਸਲ ਹੈ ਮਾਰੀ ਜਾਂਦੀ ਹੈ, ਕਦੀ ਕਦੀ ਇਹ ਫਸਲ ਮਾਰੀ ਵੀ ਜਾਂਦੀ ਹੈ। ਮੇਰੇ ਸਾਹਿਬ ਜੀ ਕਹਿੰਦੇ ਜਦੋਂ ਇਹ ਫਸਲ ਮਾਰੀ ਗਈ, ਫਿਰ ਕੀ ਹੋਇਆ? ਫਿਰ ਜੀਵ ਦੇ ਕੋਲੇ ਪੈਸਾ ਨਹੀਂ ਆਇਆ, ਧਨ ਨਹੀਂ ਆਇਆ। ਤੇ ਸਾਹਿਬ ਜੀ ਕਹਿੰਦੇ ਇਹ ਵੀ ਇੱਕ ਕਰਤੇ ਦੀ ਖੇਡ ਹੀ ਹੈ, ਇਹ ਵੀ ਕਰਤੇ ਦਾ ਇੱਕ ਤਮਾਸ਼ਾ ਹੀ ਹੈ ਕਿ ਕਦੀ ਧਨ ਆ ਜਾਂਦਾ ਤੇ ਕਦੀ ਚਲਿਆ ਜਾਂਦਾ ਹੈ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਫਿਰ ਕਹਿੰਦੇ ਨੇ, ਇੱਕ ਧਨ ਉਹ ਹੈ ਜਿਹੜਾ ਧਨ ਜੀਵ ਦੇ ਕੋਲੇ ਸਦਾ ਹੀ ਰਹਿੰਦਾ ਹੈ, ਜਿਹੜਾ ਧਨ ਇਸ ਲੋਕ ਤੇ ਪਰਲੋਕ ਵਿੱਚ ਉਹਦਾ ਮੁਖ ਉਜਲਾ ਕਰ ਦਿੰਦਾ ਹੈ। ਅੱਜ ਦੇ ਸ਼ਬਦ ਦਾ ਇਹ ਸਮੁੱਚਾ ਭਾਵ ਹੈ। ਆਓ ਗੁਰੂ ਕੀ ਬਾਣੀ ਦੇ ਵਿੱਚ ਅਸੀਂ ਇਸ ਚੀਜ਼ ਨੂੰ ਵਿਚਾਰਨਾ ਹੈ ਜੋ ਗੁਰੂ ਅਮਰਦਾਸ ਮਹਾਰਾਜ ਜੀ ਕਹਿ ਰਹੇ ਨੇ। ਪਹਿਲੀ ਗੱਲ ਇਹ, ਜੋ ਸਤਿਗੁਰੂ ਮਹਾਰਾਜ ਜੀ ਨੇ ਇੱਥੇ ਸ਼ਹਿਬਰ ਦੀ ਗੱਲ ਕੀਤੀ ਹੈ, ਇਹ ਹੈ ਪ੍ਰਭੂ ਪਰਮਾਤਮਾ ਦੇ ਨਾਮ ਦੀ ਸ਼ਹਿਬਰ। ਬਾਹਰੀ ਪ੍ਰਮਾਣ ਦਿੱਤੇ ਨੇ, ਬਾਹਰੀ ਉਦਾਹਰਨ ਦਿੱਤੀ ਹੈ ਕੇਵਲ। ਸਤਿਗੁਰੂ ਮਹਾਰਾਜ ਜੀ ਕਹਿੰਦੇ ਜਦੋਂ ਨਾਮ ਦੀ ਸ਼ਹਿਬਰ ਲੱਗਦੀ ਹੈ, ਉਦੋਂ ਵੀ ਕੁਝ ਨਾ ਕੁਝ ਲੱਛਣ ਬਣਦੇ ਨੇ। ਲੱਛਣ ਕਿਸ ਤਰ੍ਹਾਂ ਬਣਦੇ ਨੇ? ਜਿਵੇਂ ਤੁਸੀਂ ਹੁਣ ਅੰਦਾਜ਼ਾ ਲਾ ਸਕਦੇ ਹੋ, ਅਸੀਂ ਗੁਰੂ ਕੀ ਸੰਗਤ ਵਿੱਚ ਬੈਠੇ ਹਾਂ, ਇਸ ਤਰ੍ਹਾਂ ਦਾ ਮਾਹੌਲ ਬਣ ਗਿਆ। ਮਾਹੌਲ ਬਣਨ ਨਾਲ ਜਿਵੇਂ ਹੁਣੇ ਹੀ ਕੀਰਤਨ ਦੀਆਂ ਧੁਨਾਂ ਚੱਲੀਆਂ, ਕੀਰਤਨ ਰਾਹੀਂ ਸ਼ਹਿਬਰ ਲੱਗੀ ਪਰਮਾਤਮਾ ਦੇ ਨਾਮ ਦੀ, ਤੇ ਸਾਡੇ ਹਿਰਦਿਆਂ ਨੂੰ ਤ੍ਰਿਪਤੀ ਮਿਲੀ। ਵਿਦਵਾਨ ਕਹਿੰਦੇ ਨੇ 3 ਤਰੀਕਿਆਂ ਦੇ ਨਾਲ ਸਮਝਾਇਆ ਗਿਆ ਵਿਦਵਾਨਾਂ ਵੱਲੋਂ, ਜੋ ਗੁਰਬਾਣੀ ਵਿੱਚ ਵੀ ਬਚਨ ਆਉਂਦਾ ਹੈ। ਇੱਕ ਹੈ ਪਾਠ ਕਰਨਾ, ਦੂਸਰਾ ਹੈ ਕੀਰਤਨ, ਤੀਸਰਾ ਹੈ ਕਥਾ। ਇਹਨੂੰ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਕਿਹਾ ਗਿਆ, ਜੇ ਕੋਈ ਪਾਠ ਕਰਦਾ ਹੈ, ਚਾਹੇ ਕੀਰਤਨ ਸੁਣਦਾ ਹੈ, ਚਾਹੇ ਕਥਾ ਸੁਣਦਾ ਹੈ, ਇਹਦੇ ਵੱਖ-ਵੱਖ ਜਿਹੜਾ ਵਿਦਵਾਨਾਂ ਦੇ ਸਮਝਾਉਣ ਦੇ ਤਰੀਕੇ ਨੇ। ਜੇ ਕੋਈ ਪਾਠ ਕਰ ਰਿਹਾ ਜੀਵ ਇਕੱਲਾ, ਤੇ ਉਹ ਇਉਂ ਹੈ ਜਿਵੇਂ ਆਪਣੀ ਪੈਲੀ ਨੂੰ ਕੇਵਲ ਭਰ ਰਿਹਾ ਹੈ, ਕੇਵਲ ਆਪਣੀ ਪੈਲੀ ਨੂੰ। ਜੇ ਕੀਰਤਨ ਹੋ ਰਿਹਾ ਤੇ ਮੋਹਲੇ ਧਾਰ ਮੀਂਹ ਹੈ। ਜੇ ਕਥਾ ਹੋ ਰਹੀ ਤੇ ਜਿਵੇਂ ਨਿੱਕੀ ਨਿੱਕੀ ਕਣੀ ਪੈਂਦੀ ਹੈ ਧਰਤੀ ਵਿੱਚ ਜੀਰਦੀ ਜਾਂਦੀ, ਇਉਂ ਸਮਝਾਇਆ ਗਿਆ ਹੈ। ਹੁਣ ਸਤਿਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਜਦੋਂ ਮਾਹੌਲ ਬਣਦਾ ਨਾ ਸਤ ਸੰਗਤ ਵਿੱਚ ਵੀ ਆ ਕੇ, ਉਸ ਮਾਹੌਲ ਬਣੇ ਦੇ ਨਾਲ ਫਿਰ ਜਿਹੜੇ ਤਪਦੇ ਹੋਏ ਹਿਰਦੇ ਨੇ, ਪ੍ਰਭੂ ਦੇ ਨਾਮ ਦੀ ਜਦੋਂ ਸ਼ਹਿਬਰ ਲੱਗਦੀ। ਆਓ ਗੁਰੂ ਅਰਜਨ ਦੇਵ ਮਹਾਰਾਜ ਨੂੰ ਪੁੱਛ ਕੇ ਵੇਖੀਏ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਬਾਣੀ 3 ਤਰੀਕਿਆਂ ਦੇ ਨਾਲ ਹੀ ਜੀਵ ਦਾ ਭਲਾ ਕਰਦੀ ਹੈ। ਮੇਰੇ ਸਾਹਿਬ ਜੀ ਕਹਿੰਦੇ ਨੇ, ਜੇ ਕੋਈ ਬਾਣੀ ਨੂੰ ਪੜ੍ਹਦਾ ਹੈ ਤਾਂ ਵੀ ਭਲਾ ਹੈ, ਜੇ ਕੋਈ ਬਾਣੀ ਨੂੰ ਸੁਣਦਾ ਹੈ ਤਾਂ ਵੀ ਭਲਾ ਹੈ, ਜੇ ਕੋਈ ਕੀਰਤਨ ਕਰਦਾ ਹੈ ਤਾਂ ਵੀ ਭਲਾ, ਜੇ ਕੀਰਤਨ ਸੁਣਦਾ ਹੈ ਤਾਂ ਵੀ ਭਲਾ, ਜੇ ਕੋਈ ਸ਼ਬਦ ਵਿਚਾਰ ਕਰ ਰਿਹਾ ਚਾਹੇ ਸ਼ਬਦ ਵਿਚਾਰ ਸੁਣ ਰਿਹਾ, ਇਹਨਾਂ ਸਾਰਿਆਂ ਤਰੀਕਿਆਂ ਨੂੰ ਪ੍ਰਵਾਨ ਕੀਤਾ ਗਿਆ ਗੁਰਮਤਿ ਦੇ ਵਿੱਚ। ਹੁਣ ਸਤਿਗੁਰੂ ਮਹਾਰਾਜ ਜੀ ਦੇ ਇੱਕ ਇੱਕ ਪ੍ਰਕਰਨ ਨੂੰ ਮੈਂ ਤੁਹਾਡੇ ਸਨਮੁਖ ਰੱਖਣਾ ਹੈ। ਪਹਿਲਾਂ ਆਪਾਂ ਬਾਣੀ ਪੜ੍ਹਨ ਵਾਲਾ ਪੱਖ ਲੈਣਾ ਹੈ। ਹੁਣ ਜਿਹੜਾ ਕੋਈ ਜੀਵ ਬਾਣੀ ਪੜ੍ਹਨ ਜਾਣਦਾ ਹੈ ਤੇ ਕੀ ਉਹ ਇਹ ਕਵੇ ਕਿ ਬਾਣੀ ਪੜ੍ਹਨ ਦਾ ਕੋਈ ਲਾਭ ਹੈ? ਮੈਨੂੰ ਖਿਮਾ ਕਰਿਓ, ਅਸੀਂ ਕਈ ਵਾਰਾਂ ਸਟੇਜਾਂ 'ਤੇ ਇਹੋ ਜਿਹੀਆਂ ਗੱਲਾਂ ਕਰ ਦਿੰਦੇ ਹਾਂ ਕਿ ਨਿਰਾ ਪੜ੍ਹਨ ਦਾ ਕੀ ਲਾਭ ਹੈ। ਗੁਰਮੁਖੋ, ਇਹ ਗੱਲ ਠੀਕ ਹੈ,
अर्थ बोध समझने बहुत जरूरी ने, ये तो इनकार नहीं किया जा सकता। पर मता कोई ये सोचे कि मैनू अर्थ बोध आउंदे ने ते तां ही बाणी का लाभ होना है, जिन्हों अर्थ बोध नहीं उन्होंने लाभ किवें आवेगा। विद्वानां दी बड़ी प्यारी जी उदाहरण है। वो कहते जदों बच्चा छोटा जिहा है, अजे बच्चे नूं दुध बारे किहड़े विग्यानी ने समझाया सी, किहड़ी फिलासफी घुट के दसी उहनूं भी ये जिहड़ा दुध पीए ते इहदे नाल हड्डियां बनदियां ने, इहदे नाल शरीर वड्डा हुंदा है। बच्चे नूं तां नहीं पता। बच्चे ने केवल दुध पीता है तो दुध पीण तो बाद बच्चे दे अपने आप ही दुध ने उहदे अंग शरीर दे बना दिते। उहनूं किसी फिलासफी तां नहीं घुट के दसी भी तैनूं दुध पहिलां उहनूं दस्सिया होवे भी आ काम दुध पीण नाल हुंदे आ। उहनूं तो पता ही नहीं विचारे ने, ਉਹ तो केवल दुध पीण जाणदा, दुध चुंघण जाणदा। उस तो बाद जदों समझ आउंदी है फिर पता चलदा जिहड़ा मैं दुध पीता इहदे विच आ तत्त सन, आ सारा कुछ होया। सतगुरु गरीब नवाज पातशाह महाराज जी कहंदे गुरु के सिखो ਪਹਿਲਾਂ ਇਹ ਸਭ ਤੋਂ ਜ਼ਰੂਰੀ ਹੈ ਕਿ ਬਾਣੀ ਸਿੱਖ ਪੜ੍ਹਨੀ ਸ਼ੁਰੂ ਕਰ ਦੇਵੇ। ਪੜ੍ਹਨੀ ਸ਼ੁਰੂ ਕਰ ਦੇਗਾ ਫਿਰ ਹੌਲੀ ਹੌਲੀ ਇਹਨੂੰ ਆਪਣੇ ਆਪ ਪਤਾ ਚੱਲ ਜਾਣਾ ਵੀ ਜੋ ਮੈਂ ਪੜ੍ਹਦਾ ਪਿਆ ਇਹਦੇ ਵਿੱਚ ਮੇਰਾ ਗੁਰੂ ਮੈਨੂੰ ਕਹਿੰਦਾ ਕੀ ਹੈ। ਫਿਰ ਉਸ ਤੋਂ ਅੱਗੇ ਸਮਝਣ ਦੀ ਗੱਲ ਆਉਂਦੀ ਹੈ, ਮੰਨਣ ਦੀ ਗੱਲ ਆਉਂਦੀ ਹੈ। ਸਾਹਿਬ ਜੀ ਦੇ ਬਚਨ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ। ਸਾਹਿਬ ਜੀ ਕਹਿੰਦੇ ਆਇਓ ਸੁਣਨ ਪੜ੍ਹਨ ਕੋ ਬਾਣੀ। ਸਾਹਿਬ ਜੀ ਕਹਿੰਦੇ ਬਾਣੀ ਪੜ੍ਹਨ ਵਾਸਤੇ, ਬਾਣੀ ਸੁਣਨ ਵਾਸਤੇ ਤੂੰ ਜਗਤ ਸੰਸਾਰ ਤੇ ਇਹ ਜੀਵ ਆਇਆ, ਇਹਨੂੰ ਪੜ੍ਹਨ ਸੁਣਨ ਦਾ ਲਾਭ ਹੁੰਦਾ ਹੈ। ਹੁਣ ਗੁਰੂ ਅਰਜਨ ਦੇਵ ਜੀ ਨੂੰ ਪੁੱਛੋ ਮਹਾਰਾਜ ਤੁਸੀਂ ਇਸ ਬਾਣੀ ਨੂੰ ਪਿਆਰ ਕਿੰਨਾ ਕੁ ਕਰਦੇ ਹੋ, ਸਾਨੂੰ ਤੁਸੀਂ ਕਹਿੰਦੇ ਹੋ ਬਾਣੀ ਪੜ੍ਹੋ ਤੇ ਸੁਣੋ। ਮਹਾਰਾਜ ਤੁਸੀਂ ਆਪਣੇ ਬਾਰੇ ਕੁਝ ਦੱਸੋਗੇ। ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਜੇ ਕੋਈ ਸਾਨੂੰ ਪੁੱਛਦਾ ਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਮੈਨੂੰ ਤਾਂ ਇੰਨੀ ਪਿਆਰੀ ਇਹ ਬਾਣੀ ਲੱਗਦੀ ਹੈ, ਇੱਕ ਛਿਨ ਤੇ ਖਿਨ ਪਲ ਜਿੰਨਾ ਸਮਾਂ ਵੀ ਮੈਂ ਇਸ ਬਾਣੀ ਤੋਂ ਆਪਣੇ ਮਨ ਆਪਣੇ ਹਿਰਦੇ ਨੂੰ ਦੂਰ ਨਹੀਂ ਕਰਦਾ। ਗੁਰੂ ਅਰਜਨ ਦੇਵ ਜੀ ਦਾ ਬਚਨ ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਕੇਵਲ ਦੋ ਹੀ ਬੰਦ ਨੇ ਉਸ ਸ਼ਬਦ ਦੇ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਰੇ। ਗੁਰ ਦੇ ਇੱਥੇ ਰਾਰੇ ਨੂੰ ਸਿਹਾਰੀ ਹੈ। ਗੁਰੂ ਨੇ ਇੱਕ ਨਿਮਖ ਜਿੰਨਾ ਸਮਾਂ ਵੀ ਆਪਣੇ ਮਨ ਤੋਂ ਇਸ ਬਾਣੀ ਨੂੰ ਦੂਰ ਨਹੀਂ ਕੀਤਾ। ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਰੇ। ਫਿਰ ਸਾਹਿਬ ਕਹਿੰਦੇ ਦਰਸ਼ਨ ਪਰਸਨ ਸਰਸਨ ਹਰਸਨ। ਸਭ ਤੋਂ ਪਹਿਲਾਂ ਦਰਸ਼ਨਾਂ ਦੀ ਗੱਲ ਆਈ ਹੈ। ਦਰਸ਼ਨਾਂ ਤੋਂ ਬਾਅਦ ਹੀ ਫਿਰ ਅੱਗੇ ਸਰੀਰ ਨੂੰ ਸਪਰਸ਼ ਕਰਦੀ ਹੈ। ਸਪਰਸ਼ ਕਰਨ ਤੋਂ ਬਾਅਦ ਫਿਰ ਜਦੋਂ ਜੀਵ ਇਹਨੂੰ ਜਪਦਾ ਹੈ ਫਿਰ ਹਰਸਨ ਤੇ ਸਰਸਨ ਭਾਵ ਕਿ ਜੀਵ ਦੇ ਅੰਦਰ ਰਸ ਪੈਦਾ ਕਰਦੀ ਹੈ। ਮੇਰੇ ਸਾਹਿਬ ਜੀ ਕਹਿੰਦੇ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਖਿਨ ਰਮ ਗੁਰ ਗਮ ਹਰ ਦਮ ਨਹਿ ਜਮ ਹਰ ਕੰਠ ਨਾਨਕ ਉਰ ਹਾਰੀ ਰੇ। ਸਾਹਿਬ ਜੀ ਕਹਿੰਦੇ ਜੇ ਇੱਕ ਛਿਨ ਜਿੰਨਾ ਸਮਾਂ ਵੀ ਇਸ ਬਾਣੀ ਨਾਲ ਮਨ ਜੁੜ ਜਾਏ ਤੇ ਜੀਵ ਦੀ ਜਮਾਤੀ ਫਾਹੀ ਕੱਟੀ ਜਾਂਦੀ ਹੈ। ਅਸੀਂ ਰੋਜ਼ ਪਾਠ ਦੇ ਵਿੱਚ ਸੋਦਰ ਦੇ ਪਾਠ ਵਿੱਚ ਇਹ ਬਚਨ ਪੜ੍ਹਦੇ ਹਾਂ। ਮੇਰੇ ਸਾਹਿਬ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ। ਨੇਤਰੀ ਸਤਿਗੁਰ ਪੇਖਣਾ ਸ਼ਰਮਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ। ਕਹਿਣ ਲੱਗੇ ਜੇ ਇਹਨਾਂ ਨੇਤਰਾਂ ਨਾਲ ਦਰਸ਼ਨ ਹੋਣ, ਕਦੀ ਅਰਦਾਸ ਦੇ ਸ਼ਬਦ ਆਪ ਜੀ ਨੇ ਧਿਆਨ ਨਾਲ ਸੁਣੇ ਹੋਣਗੇ। ਜਦੋਂ ਅਰਦਾਸੀਆ ਅਰਦਾਸ ਕਰਦਾ ਹੈ, ਉਹ ਅਰਦਾਸ ਕਰਦਿਆਂ ਕਰਦਿਆਂ ਜਦੋਂ ਇੱਥੇ ਆਉਂਦਾ ਹੈ ਨਾ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ, ਉਹਦਾ ਮਤਲਬ ਇਹ ਬਣਦਾ ਹੈ ਜਿਹਦਾ ਸਿੱਖਾ ਤੂੰ ਗੁਰਬਾਣੀ ਦਾ ਪਾਠ ਕਰ ਰਿਹਾ, ਇਹਦਾ ਮਤਲਬ ਤੈਨੂੰ ਗੁਰੂ ਦੇ ਦੀਦਾਰ ਹੋ ਰਹੇ ਨੇ, ਉਦੋਂ ਤੈਨੂੰ ਗੁਰੂ ਦੇ ਦਰਸ਼ਨ ਹੁੰਦੇ ਨੇ। ਵਿਦਵਾਨ ਕਹਿੰਦੇ ਨੇ ਬੰਦਾ ਭੋਜਨ ਕੇਵਲ ਮੂੰਹ ਨਾਲ ਖਾਂਦਾ ਹੈ, ਪਰ ਜਿਹੜੀ ਬਾਣੀ ਹੈ ਇਹ ਤਿੰਨ ਤਰੀਕਿਆਂ ਨਾਲ ਸਾਡੇ ਅੰਦਰ ਪ੍ਰਵੇਸ਼ ਕਰਦੀ ਹੈ। ਭੋਜਨ ਤੇ ਕੇਵਲ ਮੂੰਹ ਰਾਹੀਂ ਅੰਦਰ ਜਾਂਦਾ ਹੈ, ਪਰ ਭਜਨ ਸਾਡੇ ਅੰਦਰ ਤਿੰਨ ਤਰੀਕਿਆਂ ਰਾਹੀਂ ਜਾਂਦਾ ਹੈ। ਕਿਵੇਂ? ਅੱਖਾਂ ਦੇ ਰਾਹੀਂ, ਕੰਨਾਂ ਦੇ ਰਾਹੀਂ ਤੇ ਜ਼ੁਬਾਨ ਮੂੰਹ ਦੇ ਰਾਹੀਂ। ਇਹ ਤਿੰਨ ਤਰੀਕਿਆਂ ਨਾਲ ਸਾਡੇ ਅੰਦਰ ਪ੍ਰਵੇਸ਼ ਕਰਦਾ ਹੈ। ਮੈਂ ਤਾਂ ਇੱਕ ਵਿਦਵਾਨ ਦੇ ਇੱਥੋਂ ਤੱਕ ਸ਼ਬਦ ਪੜ੍ਹੇ ਨੇ, ਉਹ ਕਹਿੰਦਾ 83% ਬੰਦੇ ਦੇ ਅੰਦਰ ਜਿਹੜੇ ਅੰਦਰ ਫੁਰਨੇ ਪੈਦਾ ਹੁੰਦੇ, ਵਿਚਾਰ ਪੈਦਾ ਹੁੰਦੇ ਨੇ, 83% ਉਹ ਕਹਿੰਦਾ ਅੱਖਾਂ ਦੇ ਰਾਹੀਂ ਸਾਰਾ ਕੁਝ ਜਾਂਦਾ ਹੈ। ਉਹਨੇ 83% ਲਿਖਿਆ ਹੈ ਕਿ ਬੰਦੇ ਦੇ ਅੰਦਰ ਅੱਖਾਂ ਦੇ ਰਾਹੀਂ ਜੋ ਕੁਝ ਤੱਕਦਾ ਹੈ, ਜੋ ਕੁਝ ਵੇਖਦਾ ਹੈ। ਬਾਕੀ ਕਹਿ ਲਓ ਕਿ ਜਿਹੜੇ ਕੁਝ ਪਰਸੈਂਟ ਨੇ ਉਹ ਇਸ ਕੰਨਾਂ ਦੇ ਰਾਹੀਂ ਹਨ ਤੇ ਜਾਂ ਫਿਰ ਜ਼ੁਬਾਨ ਦੇ ਚਸਕਿਆਂ ਰਾਹੀਂ ਹਨ। ਖੈਰ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਗੁਰੂ ਕੇ ਸਿੱਖਾ, ਜੇ ਤੂੰ ਇਹ ਤਿੰਨ ਤਰੀਕਿਆਂ ਨਾਲ ਬਾਣੀ ਦੇ ਸਮਝਣ ਦੀ ਕੋਸ਼ਿਸ਼ ਕਰੇ। ਉਹ ਕਿਹੜੇ ਕਿਹੜੇ ਤਿੰਨ ਤਰੀਕੇ ਨੇ? ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ਼ਰਮਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ। ਮੇਰੇ ਸਾਹਿਬ ਜੀ ਕਹਿੰਦੇ ਨੇ ਇਹ ਇੱਕ ਤਰੀਕਾ ਹੈ
ਜਦੋਂ ਜੀਵ ਨੇ ਬਾਹਰੀ ਤੌਰ ਤੇ ਇਹਨਾਂ ਨੇਤਰਾਂ ਦੇ ਨਾਲ ਇਸ ਬਾਣੀ ਨੂੰ ਦੇਖਿਆ ਹੈ। ਕਈਆਂ ਗੁਰਮੁਖਾਂ ਦੀ ਤੁਸੀਂ ਵੇਖੋ ਅਵਸਥਾ ਇੱਥੋਂ ਤੱਕ ਹੁੰਦੀ ਹੈ, ਉਹ ਜ਼ੁਬਾਨ ਤੋਂ ਨਾ ਬੋਲਣ ਤੇ ਹੱਥ ਵਿੱਚ ਉਹਨਾਂ ਦੇ ਗੁਟਕਾ ਸਾਹਿਬ ਹੋਵੇ, ਪੋਥੀ ਸਾਹਿਬ ਹੋਵੇ, ਚਾਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬਿਆ ਹੋਵੇ, ਜੇ ਉਹਨਾਂ ਦੀ ਵਿਰਲਿਆਂ ਦੀ ਅਵਸਥਾ ਬਣ ਜਾਂਦੀ ਹੈ, ਜੇ ਉਹ ਜ਼ੁਬਾਨ ਤੋਂ ਨਾ ਬੋਲਣ ਤੇ ਕਈ ਵਾਰ ਚੁੱਪਚਾਪ ਉਹ ਪਾਠ ਕਰਦੇ ਨੇ ਤੇ ਵੇਖਣ ਵਾਲਾ ਹੋ ਸਕਦਾ ਇਹ ਅੰਦਾਜ਼ਾ ਲਾਵੇ ਵੀ ਇਹ ਤਾਂ ਬੋਲਦਾ ਹੀ ਕੁਝ ਨਹੀਂ ਪਿਆ, ਪਰ ਉਹ ਆਪਣੇ ਨੇਤਰਾਂ ਦੇ ਰਾਹੀਂ ਇਹਨਾਂ ਸ਼ਬਦਾਂ ਨੂੰ ਆਪਣੇ ਅੰਦਰ ਲਿਜਾ ਰਿਹਾ, ਭਾਵ ਕਿ ਨੇਤਰਾਂ ਰਾਹੀਂ ਅੰਦਰ ਹਿਰਦਾ ਵਿਚਾਰ ਕਰਦਾ ਪਿਆ, ਨੇਤਰ ਕੇਵਲ ਉਹਨਾਂ ਸ਼ਬਦਾਂ ਨੂੰ ਵੇਖਦੇ ਪਏ ਨੇ। ਇਹ ਵੀ ਇੱਕ ਤਰੀਕਾ ਹੈ, ਪਰ ਹੌਲੀ ਹੌਲੀ ਜਿਵੇਂ ਜੀਵ ਸਮਝੇਗਾ ਤਾਂ ਇੱਥੇ ਜਾ ਕੇ ਗੱਲ ਬਣਦੀ ਹੈ। ਮੈਂ ਜਿਹੜੀ ਬੇਨਤੀ ਕਰ ਰਿਹਾ, ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਪਿਆਰਿਆ, ਬਾਣੀ ਨੂੰ ਪੜ੍ਹਨਾ, ਬਾਣੀ ਨੂੰ ਸੁਣਨਾ, ਇਹਦੇ ਨਾਲ ਜੀਵ ਦਾ ਉਧਾਰ ਹੁੰਦਾ। ਤੇ ਮੈਂ ਕੇਵਲ ਪੜ੍ਹਨ ਦੀ ਗੱਲ ਪਹਿਲਾਂ ਕਰ ਰਿਹਾ। ਸਤਿਗੁਰੂ ਮਹਾਰਾਜ ਜੀ ਕਹਿੰਦੇ, ਜੇ ਕੋਈ ਆਪਣੀ ਰਸਨਾ ਤੋਂ ਜੀਵ ਬਾਣੀ ਪੜ੍ਹਦਾ ਉਹਦਾ ਵੀ ਭਲਾ ਹੁੰਦਾ ਹੈ। ਮੇਰੇ ਸਾਹਿਬ ਕਹਿੰਦੇ, ਨੇਤਰਾਂ ਦੇ ਨਾਲ ਦੀਦਾਰ ਕਰਨ ਨਾਲ ਵੀ ਭਲਾ ਹੁੰਦਾ ਹੈ। ਤੇ ਸਤਿਗੁਰਾਂ ਦੀ ਬਾਣੀ ਵਿੱਚ ਤਾਂ ਇੱਥੋਂ ਤੱਕ ਲਿਖਿਆ, ਮੇਰੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਜਦੋਂ ਕੋਈ ਜੀਵ ਗੁਰੂ ਦੇ ਦਰ ਉੱਤੇ ਆਉਂਦਾ ਹੈ ਤੇ ਭੱਟ ਸਾਹਿਬਾਨ ਕਹਿੰਦੇ ਨੇ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ। ਕਹਿਣ ਲੱਗੇ ਦਰਸ਼ਨਾਂ ਨਾਲ ਵੀ ਮਨੁੱਖ ਦੇ ਜਨਮਾਂ ਜਨਮਾਤਰਾਂ ਦੇ ਜਿਹੜੇ ਸੰਸਕਾਰ ਨੇ ਕੱਟੇ ਜਾਂਦੇ ਨੇ, ਕੇਵਲ ਦਰਸ਼ਨ ਕਰਨ ਨਾਲ। ਹੁਣ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ, ਮੈਂ ਤਾਂ ਇੰਨਾ ਪਿਆਰ ਕਰਦਾ, ਇੱਕ ਨਿਮਕ ਜਿੰਨਾ ਸਮਾਂ ਵੀ ਮੇਰਾ ਮਨ ਜਿਹੜਾ ਹੈ ਇਸ ਬਾਣੀ ਤੋਂ ਪਾਸੇ ਨਹੀਂ ਹਟਦਾ। ਜਦੋਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਪੁੱਛਦੇ ਆ ਤੇ ਮੇਰੇ ਸਾਹਿਬ ਰੋਜ਼ ਆਵਾਜ਼ ਮਾਰ ਕੇ ਸਾਨੂੰ ਕਹਿੰਦੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਸੱਚੀ ਬਾਣੀ ਜੀਵ ਦਾ ਉਧਾਰ ਕਰੇਗੀ, ਜੀਵ ਦਾ ਭਲਾ ਕਰੇਗੀ। ਆਓ ਥੋੜਾ ਜਿਹਾ ਨਾਲ ਨਾਲ ਇਤਿਹਾਸਕ ਪੱਖ ਵੀ ਰੱਖਣਾ ਹੈ, ਤਾਂ ਕਿ ਸਾਰੀਆਂ ਗੱਲਾਂ ਸਾਡੀ ਸਮਝ ਵਿੱਚ ਆ ਸਕਦੀਆਂ ਨੇ ਕਿ ਜਦੋਂ ਜੀਵ ਦੇ ਨੇਤਰਾਂ ਰਾਹੀਂ, ਕੰਨਾਂ ਰਾਹੀਂ ਤੇ ਜ਼ੁਬਾਨ ਰਾਹੀਂ ਬਾਣੀ ਨੇ ਕਿਵੇਂ ਅਸਰ ਕਰਨਾ ਹੈ। ਹੁਣ ਕੇਵਲ ਮੈਂ ਦਰਸ਼ਨਾਂ ਦੀ ਗੱਲ ਕੀਤੀ, ਉਸ ਤੋਂ ਅੱਗੇ ਆਪਾਂ ਫਿਰ ਸਰਵਣਾਂ ਦੀ ਗੱਲ ਕਰਾਂਗੇ, ਫਿਰ ਜ਼ੁਬਾਨ ਦੀ ਗੱਲ ਕਰਾਂਗੇ। ਹੁਣ ਕੇਵਲ ਦਰਸ਼ਨਾਂ ਨਾਲ ਵੀ ਕਿੱਦਾਂ ਭਲਾ ਹੋ ਜਾਂਦਾ ਹੈ ਜੀਵ ਦਾ। ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਮੇਰੇ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ ਬੜੀਆਂ ਰਹਿਮਤਾਂ ਵਰਤਾਉਂਦੇ ਸਨ। ਜਦੋਂ ਸਤਿਗੁਰੂ ਮਹਾਰਾਜ ਜੀ ਸਰੋਵਰ ਦੀ ਸੇਵਾ ਕਰਵਾਈ, ਦਰਬਾਰ ਸਾਹਿਬ ਦੀ ਸੇਵਾ ਕਰਵਾਈ, ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਸੰਗਤਾਂ ਦੇ ਪਾਰ ਉਤਾਰੇ ਦੇ ਲਈ ਮੇਰੇ ਮਾਲਕ ਨੇ ਏਡਾ ਵੱਡਾ ਜਹਾਜ਼ ਬਣਾ ਦਿੱਤਾ। ਜਿੱਥੇ ਇਹ ਜਹਾਜ਼ ਨਾਮ ਬਾਣੀ ਦਾ ਬਣਾਇਆ, ਉੱਥੇ ਸਤਿਗੁਰੂ ਮਹਾਰਾਜ ਜੀ ਨੇ ਸੇਵਾ ਦਾ ਵੀ ਸਿੱਖ ਧਰਮ ਦੇ ਅੰਦਰ ਜਿਹੜਾ ਮਹਾਨਤਾ ਸੀ ਉਹਨੂੰ ਹੋਰ ਵੀ ਸਤਿਗੁਰੂ ਮਹਾਰਾਜ ਜੀ ਨੇ ਪ੍ਰਫੁੱਲਤ ਕੀਤਾ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਨੇ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇੱਕ ਸਿੱਖ ਜਾਂਦਾ ਹੈ। ਕਈ ਦਿਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦੀਦਾਰ ਕਰਦਾ ਰਿਹਾ। ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਕੁਝ ਦਿਨਾਂ ਬਾਅਦ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ, ਸਤਿਗੁਰੂ ਕਈ ਦਿਨ ਹੋ ਗਏ ਨੇ, ਮੈਂ ਤੁਹਾਡੇ ਦੀਦਾਰਾਂ ਵਾਸਤੇ ਆਉਣਾ, ਤੁਹਾਡੇ ਦਰਸ਼ਨਾਂ ਵਾਸਤੇ ਆਉਣਾ। ਦਾਤਾ ਜੀ, ਮੈਂ ਤੁਹਾਡੇ ਦਰਸ਼ਨ ਕਰਕੇ, ਤੁਹਾਡੇ ਬਚਨਾਂ ਨੂੰ ਸੁਣ ਕੇ ਸੱਚੇ ਪਾਤਸ਼ਾਹ ਮੇਰੇ ਮਨ ਵਿੱਚ ਵੀ ਇਹ ਫੁਰਨਾ ਉੱਠਿਆ, ਜਿਵੇਂ ਤੁਸੀਂ ਇਹਨਾਂ ਸਿੱਖਾਂ ਉੱਤੇ ਰਹਿਮਤ ਵਰਤਾਉਂਦੇ ਹੋ, ਕਿਰਪਾ ਕਰੋ ਸਤਿਗੁਰੂ ਇਹ ਰਹਿਮਤ ਮੇਰੇ ਉੱਤੇ ਵੀ ਵਰਤਾ ਦਿਓ। ਹੁਣ ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਜਦੋਂ ਮਾਹੌਲ ਬਣ ਜਾਂਦਾ ਹੈ ਫਿਰ ਸ਼ਹਿਬਰ ਲੱਗਦੀ ਹੈ, ਤੇ ਇਸ ਸਿੱਖ ਦੇ ਉੱਤੇ ਵੀ ਕਹਿ ਲਓ ਕਈ ਦਿਨ ਰਹਿ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ, ਜਿਹੜੀ ਇਸ ਦੀ ਬਣੀ ਹੋਈ ਧਰਤੀ ਉੱਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਨੂੰ ਆਪਣੀ ਰਹਿਮਤ ਨਾਲ ਸਿੰਜ ਦਿੱਤਾ ਤੇ ਉਹਦੇ ਵਿੱਚ ਬੀਜ ਪਾਣਾ ਹੈ। ਹੁਣ ਧਰਤੀ ਵੀ ਤਿਆਰ ਕੀਤੀ ਹੋਵੇ ਤੇ ਬੀਜ ਪਾਈਏ ਹੀ ਨਾ ਤੇ ਲਾਭ ਤਾਂ ਵੀ ਉਹਦਾ ਕੋਈ ਨਹੀਂ ਹੁੰਦਾ। ਹੁਣ ਜੇ ਕੋਈ ਜ਼ਿਮੀਂਦਾਰ ਧਰਤੀ ਨੂੰ ਵਾਹੀ ਵੀ ਜਾਂਦਾ ਹੈ, ਵਾਹੁਣ ਤੋਂ ਬਾਅਦ ਉਹ ਸਾਰੀ ਦੀ ਸਾਰੀ ਤਿਆਰ ਹੋ ਗਈ, ਸੁਹਾਗਾ ਵੀ ਮਾਰ ਦੇਵੇ, ਉਹਨੂੰ ਜਿਹੜਾ ਦਵਾਈਆਂ ਬੂਟੀਆਂ ਵੀ ਕਰੀ ਜਾਵੇ, ਤੇ ਜੇ ਸਾਲ ਬਾਅਦ ਜਾਂ 6 ਮਹੀਨਿਆਂ ਬਾਅਦ ਉਹ ਜਾ ਕੇ ਫਸਲ ਨੂੰ ਚੱਕਰ ਮਾਰੇ ਤੇ ਕੋਈ ਪੁੱਛੇਗਾ ਸਿਆਣਾ ਵੀ ਕੀ ਵੇਖਦਾ ਪਿਆ, ਕਹਿੰਦਾ ਵੇਖਦਾ ਇਹ ਹੈ ਕਿ ਇਹਦੇ ਵਿੱਚ ਕੋਈ ਜ਼ਮੀਨ ਵਿੱਚ ਉੱਗਿਆ ਹੀ ਕੁਝ ਨਹੀਂ, ਮੈਂ ਮਿਹਨਤ ਤਾਂ ਬੜੀ ਕੀਤੀ ਹੈ। ਫਿਰ ਸਿਆਣਾ ਪੁੱਛੇਗਾ ਵੀ ਇਹਦੇ ਵਿੱਚ ਕਿਹੜੀ ਚੀਜ਼ ਬੀਜੀ ਜਿਹੜੀ ਤੂੰ ਵੇਖਣ ਵਾਸਤੇ ਆਇਆ? ਉਹ ਕਹੇਗਾ ਬੀਜਿਆ ਤੇ ਮੈਂ ਕੁਝ ਨਹੀਂ ਹੈ, ਵਾਹੀ ਬਹੁਤ ਜ਼ਿਆਦੀ ਹੈ, ਪਾਣੀ ਵੀ ਦਿੰਦਾ ਰਿਹਾ ਹਾਂ,
ਦਵਾਈਆਂ ਵੀ ਦਿੰਦਾ ਰਿਹਾ, ਰੂੜੀ ਵੀ ਪਾਉਂਦਾ ਰਿਹਾ, ਸਾਰਾ ਕੁਝ ਕੀਤਾ ਹੈ। ਤੇ ਉਹ ਸਿਆਣਾ ਬੰਦਾ ਕਹੇਗਾ ਫਿਰ ਕੀ ਲੈਣ ਵਾਸਤੇ ਆ ਜੇ ਬੀਜ ਹੀ ਕੋਈ ਨਹੀਂ ਪਾਇਆ। ਹਿਰਦੇ ਰੂਪੀ ਧਰਤੀ ਨੂੰ ਤਿਆਰ ਕਰਕੇ ਫਿਰ ਉਹਦੇ ਵਿੱਚ ਜਿਹੜਾ ਬੀਜ ਪਾਉਣਾ ਹੈ, ਉਹ ਬੀਜ ਗੁਰੂ ਦੇ ਕੋਲੋਂ ਮਿਲਦਾ, ਜਿਹੜਾ ਅੱਜ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸਾਨੂੰ ਦੱਸਣਾ ਹੈ ਵੀ ਉਹ ਬੀਜ ਕਿਹੜਾ ਤੇ ਕਿਹੜੀ ਰੁੱਤ ਬਣਦੀ ਹੈ, ਕਦੋਂ ਬੀਜਿਆ ਜਾਂਦਾ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਸਿੱਖ ਨੇ ਕਿਹਾ, ਮਹਾਰਾਜ ਕਰੋ ਕਿਰਪਾ, ਮੈਨੂੰ ਵੀ ਸਿੱਖੀ ਦੀ ਦਾਤ ਦੇਵੋ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਿੱਖੀ ਦੀ ਦਾਤ ਦੇਣ ਤੋਂ ਪਹਿਲਾਂ ਇੱਕ ਗੱਲ ਕਹੀ। ਮੇਰੇ ਸਾਹਿਬ ਜੀ ਕਹਿੰਦੇ ਜਿਹੜਾ ਮਾਰਗ ਹੈ ਨਾ, ਇਹ ਖੰਡੇ ਧਾਰ ਵਾਲਾ ਮਾਰਗ ਹੈ। ਇਹਦੇ ਦੇ ਚੱਲਣ ਲਈ ਪਹਿਲੇ ਜਾਮੇ ਵਿੱਚ ਵੱਡੇ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕ ਸ਼ਰਤ ਰੱਖ ਦਿੱਤੀ ਹੈ। ਉਹ ਸ਼ਰਤ ਇਹ ਹੈ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੇ। ਇਹ ਵੱਡੇ ਗੁਰੂ ਜੀ ਨੇ, ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸ਼ਰਤ ਰੱਖ ਦਿੱਤੀ ਹੈ। ਇਸ ਮਾਰਗ ਤੇ ਚੱਲਣ ਲਈ ਸਿਰ ਦੇਣਾ ਪੈਂਦਾ ਹੈ, ਤੇ ਸਿਰ ਦੇ ਕੇ ਫਿਰ ਪਛਤਾਉਣਾ ਨਹੀਂ। ਕਾਣ ਨਾ ਕੀਜੇ ਦਾ ਮਤਲਬ ਹੈ ਮੁੜ ਕੇ ਪਛਤਾਵਾ ਨਾ ਕਰੇ ਵੀ ਮੈਂ ਸਿਰ ਕਿਉਂ ਦੇ ਦਿੱਤਾ ਹੈ। ਤੇ ਉਹ ਸਿੱਖ ਨੇ ਕਿਹਾ, ਮਹਾਰਾਜ ਕਈ ਦਿਨ ਰਹਿ ਕੇ ਬਸ ਇਹੀ ਸੋਚਦਾ ਰਿਹਾ, ਪਹਿਲਾਂ ਤਿਆਰ ਹੀ ਕਰਦਾ ਰਿਹਾ ਧਰਤੀ ਨੂੰ। ਤੁਹਾਡੀ ਕਿਰਪਾ ਨਾਲ ਧਰਤੀ ਹੁਣ ਹਿਰਦੇ ਰੂਪੀ ਤਿਆਰ ਹੋ ਗਈ ਹੈ। ਹੁਣ ਤਾਂ ਨਾਮ ਦਾ ਬੀਜ ਬਜਾਉਣ ਵਾਸਤੇ ਤੁਹਾਡੇ ਚਰਨਾਂ ਵਿੱਚ ਆਇਆ। ਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਿਰ ਅਗਲਾ ਬਚਨ ਕਿਹਾ, ਕਹਿਣ ਲੱਗੇ ਜੇ ਸੱਚਮੁੱਚ ਸਿਰ ਦੇਣ ਵਾਸਤੇ ਆਇਆ, ਜੇ ਸੱਚਮੁੱਚ ਹੀ ਮਨ ਬਣਾ ਕੇ ਆਇਆ ਸਿੱਖੀ ਧਾਰਨ ਕਰਨ ਲਈ, ਅਗਲਾ ਬਚਨ ਕਿਹਾ, ਕਹਿਣ ਲੱਗੇ ਫਿਰ ਇੱਕ ਕੰਮ ਤੈਨੂੰ ਹੋਰ ਕਰਨਾ ਪਏਗਾ। ਜੇ ਗੁਰੂ ਨਾਨਕ ਦੀ ਸਿੱਖੀ ਲੈਣੀ ਹੈ ਤੇ ਇਹਦੇ ਉੱਤੇ ਕੋਈ ਹੋਰ ਸਿੱਖੀ ਨਾ ਟਿਕਾ, ਕਿਉਂਕਿ ਤੂੰ ਸਿੱਖ ਪਹਿਲਾਂ ਹੀ ਕਿਸੇ ਦਾ ਬਣਿਆ। ਸਾਖੀਆਂ ਅਸੀਂ ਕਈ ਵਾਰ ਸੁਣਦੇ ਹਾਂ, ਪਰ ਉਹਨਾਂ ਸਾਖੀਆਂ ਦਾ ਮਤਲਬ ਹੁੰਦਾ ਪ੍ਰਕਰਨ ਦੇ ਮੁਤਾਬਕ। ਜਦੋਂ ਅਸੀਂ ਸਾਖੀ ਨੂੰ ਸੁਣਦੇ ਹਾਂ, ਉਹਦਾ ਸਾਡੇ ਉੱਤੇ ਅਸਰ ਹੋਵੇ, ਤੇ ਨਾਲ ਨਾਲ ਉਸ ਸਾਖੀ ਨੂੰ ਅਸੀਂ ਆਪਣੇ ਜੀਵਨ ਵਿੱਚ ਇਸ ਤਰ੍ਹਾਂ ਦੇਖਣਾ ਵੀ ਕਿਤੇ ਅਸੀਂ ਸਿੱਖੀ ਤਾਂ ਨਹੀਂ ਟਿਕਾ ਰਹੇ। ਆਪਾਂ ਭਾਈ ਮੰਝ ਦੀ ਤੇ ਹਰ ਵਾਰੀ ਗੱਲ ਕਰਦੇ ਹਾਂ ਵੀ ਭਾਈ ਮੰਝ ਨੂੰ ਗੁਰੂ ਸਾਹਿਬ ਨੇ ਕਿਹਾ ਸਿੱਖੀ ਤੇ ਸਿੱਖੀ ਨਹੀਂ ਟਿਕਾਉਣੀ। ਅੱਜ ਦਾ ਸਿੱਖ ਵੀ ਕਿਤੇ ਸਿੱਖੀ ਤਾਂ ਨਹੀਂ ਟਿਕਾਉਂਦਾ ਪਿਆ, ਵੀ ਗੁਰਦੁਆਰੇ ਵੀ ਜਾਈ ਜਾਣਾ, ਬਾਕੀ ਕਰਮਕਾਂਡ ਵੀ ਸਾਰੇ ਕਰੀ ਜਾਣੇ। ਫਿਰ ਭਾਈ ਮੰਝ ਨੂੰ ਨਹੀਂ ਕਹਿ ਰਹੇ, ਫਿਰ ਗੁਰੂ ਸਾਹਿਬ ਸਾਨੂੰ ਕਹਿ ਰਹੇ ਨੇ। ਉਹਨੇ ਕਿਹਾ, ਮਹਾਰਾਜ ਮੈਂ ਅੱਜ ਤੋਂ ਬਾਅਦ ਤੁਹਾਡਾ ਸਿੱਖ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਸਿੱਖੀ ਦੀ ਦਾਤ ਦਿੱਤੀ। ਹੁਣ ਦੇਖੋ ਭਾਈ ਮੰਝ ਨੇ ਕਿੰਨੇ ਕੁ ਦਿਨ ਗੁਰੂ ਅਰਜਨ ਦੇਵ ਮਹਾਰਾਜ ਦੀ ਸੰਗਤ ਕੀਤੀ। ਜਿਹੜਾ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜਦੋਂ ਮਾਹੌਲ ਬਣਦਾ ਹੈ, ਇਹ ਭਿੰਨੀ ਰਹਿਣ ਬਣਦੀ ਹੈ, ਤਾਰੇ ਚਮਕਦੇ ਨੇ, ਬੱਦਲ ਬਣਦੇ ਨੇ। ਇਹ ਮਾਹੌਲ ਜਦੋਂ ਬਣ ਜਾਂਦਾ, ਫਿਰ ਜਦੋਂ ਬਰਸਾਤ ਹੁੰਦੀ ਹੈ ਤੇ ਕਿਸ ਤਰ੍ਹਾਂ ਉਸ ਬਰਸਾਤ ਨਾਲ ਅੰਨ ਧਨ ਪੈਦਾ ਹੋ ਜਾਂਦਾ ਹੈ। ਭਾਈ ਮੰਝ ਦੇ ਹਿਰਦੇ ਉੱਤੇ ਕਈ ਦਿਨ ਗੁਰੂ ਦੇ ਅੰਮ੍ਰਿਤ ਦੀ ਬਰਸਾਤ ਹੁੰਦੀ ਰਹੀ। ਤੇ ਧੰਨ ਸ਼੍ਰੀ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਐਸੀ ਬਰਸਾਤ ਕੀਤੀ ਕਿ ਤਪਦਾ ਹੋਇਆ ਹਿਰਦਾ ਮੰਝ ਦਾ ਹਰਿਆ ਭਰਿਆ ਗੁਰੂ ਅਰਜਨ ਦੇਵ ਨੇ ਕਰਤਾ। ਫਿਰ ਇੰਨਾ ਕੁ ਬੀਜ ਲਿਆ ਗੁਰੂ ਦੇ ਕੋਲੋਂ ਨਾਮ ਦਾ, ਇੰਨਾ ਕੁ ਬੀਜ ਗੁਰੂ ਕੋਲੋਂ ਨਾਮ ਦਾ ਲੈ ਕੇ ਇੰਨੀ ਕੁ ਕਮਾਈ ਕੀਤੀ। ਇੱਕ ਦਿਨ ਸਮਾਂ ਆ ਗਿਆ, ਗੁਰੂ ਅਰਜਨ ਦੇਵ ਜੀ ਨੂੰ ਇਹ ਕਹਿਣਾ ਪੈ ਗਿਆ, ਮੰਝ ਅੱਜ ਤੋਂ ਬਾਅਦ ਤੈਨੂੰ ਦਰਬਾਰ ਵਿੱਚ ਆਉਣ ਦੀ ਲੋੜ ਨਹੀਂ। ਅੱਜ ਤੋਂ ਬਾਅਦ ਤੂੰ ਆਪਣੇ ਪਿੰਡ ਵਿੱਚ ਜਾ ਕੇ ਇੱਕ ਲੋਹ ਲੈ ਜਾ ਤੇ ਉੱਥੇ ਸੰਗਤਾਂ ਦੀ ਲੰਗਰ ਰਾਹੀਂ ਸੇਵਾ ਕਰੀ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਹੁਣ ਸਾਡੇ ਦਰਬਾਰ ਵਿੱਚ ਨਹੀਂ, ਹੁਣ ਜਿਹੜਾ ਤੇਰੀ ਆ ਕੇ ਸੰਗਤ ਕਰ ਲਏਗਾ ਤੂੰ ਪਾਰ ਉਤਰਾ ਉਹਦਾ ਵੀ ਕਰ ਦੇਗਾ। ਇਹ ਕੋਈ ਨਿੱਕੀ ਮੋਟੀ ਗੱਲ ਨਹੀਂ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਏਡੀ ਵੱਡੀ ਤਾਕਤ ਦੇ ਦੇਣੀ ਭਾਈ ਮੰਝ ਨੂੰ ਕਿ ਮੰਝ ਹੁਣ ਜਿੱਥੇ ਤੂੰ ਬੈਠ ਜਾਏਗਾ ਸੰਗਤ ਆਏਗੀ, ਉਹਨਾਂ ਨੂੰ ਉਪਦੇਸ਼ ਦੇਵੇਂਗਾ। ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਤੈਨੂੰ ਜਹਾਜ਼ ਬਣਾ ਕੇ ਤੋਰਨ ਲੱਗਾ। ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣਹਾਰਾ। ਐ ਮੰਝ ਤੂੰ ਜਗਤ ਵਿੱਚ ਇੱਕ ਜਹਾਜ਼ ਦੀ ਤਰ੍ਹਾਂ ਕੰਮ ਕਰੇਗਾ। ਇਹਦਾ ਮਤਲਬ ਹੋਇਆ ਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਮੰਝ ਦੇ ਹਿਰਦੇ ਨੂੰ ਪਹਿਲਾਂ ਤਿਆਰ ਕੀਤਾ, ਜਿਹੜਾ ਕਈ ਦਿਨ ਗੁਰੂ ਚਰਨਾਂ 'ਚ ਆਉਂਦਾ ਰਿਹਾ। ਤੇ ਕੀ ਬਾਣੀ ਦਾ ਅਸਰ ਨਹੀਂ? ਭਾਈ ਮੰਝ ਨੇ ਬਾਣੀ ਸਤਿਗੁਰੂ ਅਰਜਨ ਦੇਵ ਜੀ ਦੇ ਕੋਲੋਂ ਸੁਣੀ, ਸਤਿਗੁਰਾਂ ਦੇ ਦੀਦਾਰ ਕੀਤੇ। ਕਿੰਨਾ ਕੁ ਅਸਰ ਹੋ ਗਿਆ ਸਿੱਖ ਦੇ ਉੱਤੇ ਕਿ ਸਤਿਗੁਰੂ ਮਹਾਰਾਜ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਮੇਰਾ ਤੂੰ ਜਹਾਜ਼ ਬਣ ਗਿਆ, ਮੇਰਾ ਜਹਾਜ਼ ਬਣ ਗਿਆ। ਤੂੰ ਜਿਹੜਾ ਤੇਰੀ ਸੰਗਤ ਕਰ ਲਏਗਾ ਉਹਦਾ ਵੀ ਪਾਰ ਉਤਾਰਾ ਹੋ ਜਾਏਗਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਭਿੰਨੀ ਰੈਣ ਚਮਕਿਆ ਮੁੱਠਾ ਸ਼ਹਿਬਰ ਲਾਏ। ਸਾਹਿਬ ਜੀ ਕਹਿੰਦੇ ਨੇ ਜਦੋਂ ਪਰਮਾਤਮਾ ਇਸੇ ਤਰ੍ਹਾਂ ਨਾਮ ਦੀ ਵਰਖਾ ਕਰਦਾ ਹੈ, ਕਿੰਨਿਆਂ ਕੁ ਜੀਵਾਂ ਦਾ ਭਲਾ ਹੋ ਜਾਂਦਾ, ਕਿੰਨੀਆਂ ਕੁ ਰਹਿਮਤਾਂ ਵਰਤ ਜਾਂਦੀਆਂ ਨੇ। ਹੁਣ ਵੇਖੋ ਜਦੋਂ ਅਸੀਂ ਸੰਗਤ ਵਿੱਚ ਆਉਂਦੇ ਗੁਰਮੁਖੋ, ਸੰਗਤ ਵਿੱਚ ਆਉਣ ਦੇ ਨਾਲ ਇਹ ਨਾਮ ਦੀ ਜਿਹੜੀ ਵਰਖਾ ਹੋ ਰਹੀ ਹੈ ਨਾ, ਇਸ ਨਾਮ ਦੀ ਵਰਖਾ ਦੇ ਨਾਲ ਤਪਦੇ ਹੋਏ ਹਿਰਦਿਆਂ ਨੂੰ ਸ਼ਾਂਤੀ ਮਿਲਦੀ ਹੈ। ਤਪਦੇ ਹੋਏ ਹਿਰਦੇ ਸਾਡੇ ਸ਼ਾਂਤ ਹੋ ਜਾਂਦੇ ਨੇ ਗੁਰੂ ਕੀ ਬਾਣੀ ਰਾਹੀਂ। ਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਫਿਰ ਹੁੰਦਾ ਕੀ ਹੈ, ਜਿਤ ਉੱਠੈ ਅੰਨ ਧਨ ਬਹੁਤ ਹੀ ਉਪਜੈ। ਜਿਸ ਤਰ੍ਹਾਂ ਬਰਸਾਤ ਹੋਣ ਦੇ ਨਾਲ ਬੇਅੰਤ ਧਨ
ਤੇ ਅਨਾਜ ਪੈਦਾ ਹੁੰਦਾ ਹੈ। ਸਿੱਖ ਦੇ ਅੰਦਰੋਂ ਧਨ ਦਾ ਅਨਾਜ ਪੈਣ ਦਾ ਇਹਦੇ ਅਰਥ ਨੇ ਇਹ ਬਣਨਗੇ ਗੁਣ ਪ੍ਰਗਟ ਹੁੰਦੇ ਨੇ। ਇੱਥੇ ਇਹਦੇ ਅਰਥ ਕਰਾਂਗੇ ਸਿੱਖ ਦੇ ਹਿਰਦੇ ਵਿੱਚੋਂ ਗੁਣ ਪ੍ਰਗਟ ਹੁੰਦੇ ਨੇ। ਤੇ ਗੁਣ ਕਿਸ ਤਰ੍ਹਾਂ ਦੇ ਪ੍ਰਗਟ ਹੁੰਦੇ ਨੇ? ਇਹਨਾਂ ਗੁਣਾਂ ਦੇ ਰਾਹੀਂ ਹੋਰ ਜੀਵਾਂ ਦਾ ਕਿੰਨਿਆਂ ਕੁ ਦਾ ਉਧਾਰ ਹੋ ਜਾਂਦਾ ਹੈ, ਕਿੰਨਿਆਂ ਕੁ ਦਾ ਭਲਾ ਹੋ ਜਾਂਦਾ ਹੈ। ਜਦੋਂ ਇਹ ਨਾਮ ਦੀ ਵਰਖਾ ਸਿੱਖ ਆ ਕੇ ਗੁਰੂ ਕੀ ਸੰਗਤ ਵਿੱਚੋਂ ਪ੍ਰਾਪਤ ਕਰਦਾ ਹੈ। ਤੇ ਪਰ ਸਾਹਿਬ ਜੀ ਕਹਿੰਦੇ ਜਾਂ ਸ਼ਹੁ ਕਰੇ ਰਜ਼ਾਏ, ਅਸਲ ਵਿੱਚ ਰਜ਼ਾ ਦਾ ਮਤਲਬ ਹੈ ਹੁਕਮ ਭਾਣਾ। ਵਾਹਿਗੁਰੂ ਹੀ ਕਿਰਪਾ ਕਰੇ ਤੇ ਤਾਂ ਇਹ ਰਹਿਮਤ ਵਰਦੀ ਹੈ। ਸਿੱਖ ਦੇ ਆਪਣੇ ਵੱਸ ਕੁਝ ਨਹੀਂ ਹੈ ਕਿ ਉਹ ਕਵੇ ਕਿ ਮੈਂ ਆਪਣੀ ਸਿਆਣਪ ਚਲਾਕੀ ਜਾਂ ਚਤਰਾਈ ਦੇ ਨਾਲ ਇਹ ਕੁਝ ਪ੍ਰਾਪਤ ਕਰ ਲਵਾਂ। ਐਸਾ ਨਹੀਂ ਹੁੰਦਾ। ਜੇ ਪਰਮਾਤਮਾ ਦੀ ਕਿਰਪਾ ਹੋਵੇ ਤਾਂ ਇਹ ਰਹਿਮਤ ਸਾਰੀ ਵਰਦੀ ਹੈ। ਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਜਦੋਂ ਜੀਵ ਸੰਗਤ ਵਿੱਚ ਆਉਂਦਾ ਹੈ, ਜਿਹੜੇ ਮੈਂ ਪਹਿਲਾਂ ਬੇਨਤੀ ਕਰ ਰਿਹਾ ਕਿ ਜਦੋਂ ਜੀਵ ਆਉਂਦਾ ਫਿਰ ਉਹਦੇ ਉੱਤੇ ਬਾਣੀ ਦਾ ਅਸਰ ਹੁੰਦਾ ਹੈ। ਬਾਣੀ ਪੜ੍ਹਦਾ ਸਿੱਖ, ਫਿਰ ਬਾਣੀ ਨੂੰ ਸੁਣਨ ਦੀ ਗੱਲ ਆਉਂਦੀ ਹੈ। ਪਹਿਲਾਂ ਅਸੀਂ ਪੜ੍ਹਦੇ ਹਾਂ, ਪੜ੍ਹਨ ਨਾਲ ਸਾਡੇ ਮਨ ਉੱਤੇ ਅਸਰ ਹੁੰਦਾ ਹੈ। ਦੂਸਰਾ ਹੁੰਦਾ ਸੁਣਨਾ ਕੰਨਾਂ ਦੇ ਰਾਹੀਂ। ਹੁਣ ਅੱਖਾਂ ਰਾਹੀਂ ਦਰਸ਼ਨ ਤੇ ਕੰਨਾਂ ਰਾਹੀਂ ਸੁਣਨਾ। ਸੁਣਨ ਦੀ ਬੜੀ ਵੱਡੀ ਮਹਾਨਤਾ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਦੱਸੀ ਹੈ। 4 ਪੌੜੀਆਂ ਸੁਣਨ ਦੀਆਂ ਜਪਜੀ ਸਾਹਿਬ ਦੇ ਵਿੱਚ ਅਸੀਂ ਰੋਜ਼ ਹੀ ਪੜ੍ਹਦੇ ਤੇ ਸੁਣਦੇ ਹਾਂ। ਮੇਰੇ ਸਾਹਿਬ ਜੀ ਕਹਿੰਦੇ ਨੇ ਜਿਹੜਾ ਜੀਵ ਮਨ ਕਰਕੇ ਇਹਨਾਂ ਨੂੰ ਸੁਣ ਲੈਂਦਾ ਹੈ ਨਾ, ਗੁਰੂ ਦੇ ਬਚਨਾਂ ਨੂੰ, ਉਹਦੀ ਤੇ ਕਿੱਡੀ ਕੁੱਚੀ ਅਵਸਥਾ ਬਣ ਜਾਂਦੀ ਹੈ। ਸਾਹਿਬ ਜੀ ਕਹਿੰਦੇ ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨ ਸਕੈ ਕਾਲ ਨਾਨਕ, ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਬਾਣੀ ਸੁਣਨ ਦਾ ਬੜਾ ਵੱਡਾ ਮਹੱਤਤਾ ਹੈ। ਸੁਖਮਣੀ ਸਾਹਿਬ ਕਰਨ ਵਾਲੀਆਂ ਸੰਗਤਾਂ ਨੂੰ ਪਤਾ ਹੋਏਗਾ ਜਾਂ ਸੁਣਨ ਵਾਲਿਆਂ ਨੂੰ, ਸੁਖਮਣੀ ਸਾਹਿਬ ਦੀ ਅਖੀਰਲੀ ਅਸ਼ਟਪਦੀ ਦੇ ਵਿੱਚ ਜਿਹੜਾ ਬੰਦ ਹੈ ਉਹਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੁਣਨ ਦੀ ਬੜੀ ਵੱਡੀ ਮਹਾਨਤਾ ਦੱਸੀ। ਮੇਰੇ ਸਾਹਿਬ ਜੀ ਕਹਿੰਦੇ ਨੇ ਜੇ ਕੋਈ ਜੀਵ ਮਨ ਕਰਕੇ ਸੁਣਦਾ ਤੇ ਕਿੰਨਾ ਕੁਝ ਜੀਵ ਨੂੰ ਮਿਲਦਾ ਜਿਹਦਾ ਗਿਣੀ ਜਾਇਓ ਜੇ ਰਹਿਮਤਾਂ ਕਿੰਨੀਆਂ ਕੁ ਮਿਲਣਗੀਆਂ। ਖੇਮ ਸ਼ਾਂਤ ਰਿੱਧ ਨਮ ਨਿਧ, ਬੁੱਧ ਗਿਆਨ ਸਰਬ ਤੈ ਸਿੱਧ, ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਊਤਮ ਇਸ਼ਨਾਨ, 4 ਪਦਾਰਥ ਕਮਲ ਪ੍ਰਗਾਸ, ਸਭ ਕੈ ਮਦ ਸਗਲ ਤੇ ਉਦਾਸ, ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸੀ ਏਕ ਦ੍ਰਿਸ਼ਟੇਤਾ, ਇਹ ਫਲ ਤਿਸ ਜਨ ਕੈ ਮੁਖ ਭਣੇ। ਮੇਰੇ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਸਾਰੀ ਜਿਹੜੀ ਪੂਰੀ ਦਾ ਪੂਰਾ ਬੰਦ ਹੈ ਨਾ ਇੱਕ ਅਸ਼ਟਪਦੀ ਦਾ, ਉਹਦੇ ਵਿੱਚ ਸਾਹਿਬ ਜੀ ਕਹਿੰਦੇ ਖੇਮ ਸ਼ਾਂਤ ਦਾ ਮਤਲਬ ਹੈ ਆਤਮਕ ਖੇੜਾ, ਆਤਮਕ ਆਨੰਦ। ਖੇਮ ਸ਼ਾਂਤ ਰਿੱਧ ਨਵ ਨਿਧ, ਰਿੱਧੀਆਂ ਸਿੱਧੀਆਂ ਨਵ ਨਿਧੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ। ਬੁੱਧ ਗਿਆਨ ਸਰਬ ਤੈ ਸਿੱਧ, ਬੁੱਧੀ ਮਿਲ ਜਾਂਦੀ ਹੈ, ਗਿਆਨ ਮਿਲ ਜਾਂਦਾ ਹੈ, ਜੀਵ ਦੇ ਸਾਰੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਨੇ। ਸਾਹਿਬ ਜੀ ਕਹਿੰਦੇ ਨੇ ਖੇਮ ਸ਼ਾਂਤ ਰਿੱਧ ਨਵ ਨਿਧ, ਬੁੱਧ ਗਿਆਨ ਸਰਬ ਤੈ ਸਿੱਧ, ਵਿਦਿਆ ਤਪ ਜੋਗ ਪ੍ਰਭ ਧਿਆਨ। ਵਿਦਿਆ ਮਿਲ ਜਾਂਦੀ ਹੈ, ਤਪ ਸਾਧਨਾ ਘਾਲਣ ਦੀ ਲੋੜ ਨਹੀਂ ਪੈਂਦੀ, ਆਪਣੇ ਆਪ ਹੀ ਸੰਗਤ ਵਿੱਚ ਆਇਆ ਕੀਤੀ ਘਾਲਣਾ ਥਾਂ ਪੈ ਜਾਂਦੀ ਹੈ। ਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਇੰਨਾ ਕੁਝ ਮਿਲਦਾ ਕਿਨੂੰ? ਇਹ ਫਲ ਇੰਨੀਆਂ ਰਹਿਮਤਾਂ ਤਿਸ ਜਨ ਕੈ ਮੁਖ ਭਣੈ। ਕਿਹੜੇ ਜੀਵ ਦੇ ਮੁਖ ਵਿੱਚ ਇਹ ਦਾਤਾਂ ਪੈਣਗੀਆਂ? ਗੁਰ ਨਾਨਕ ਨਾਮ ਬਚਨ ਮਨ ਸੁਣੈ। ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਮਨ ਕਰਕੇ ਸੁਣ ਲੈਂਦਾ, ਇਹ ਸਾਰੀਆਂ ਰਹਿਮਤਾਂ ਉਸ ਜੀਵ ਦੇ ਉੱਤੇ ਵਰਤ ਜਾਂਦੀਆਂ। ਆਓ ਜਿੱਥੇ ਅਸੀਂ ਪਹਿਲਾਂ ਭਾਈ ਮੰਝ ਦੀ ਸਾਖੀ ਲਈ, ਹੁਣ ਸੁਣਨ ਦੇ ਨਾਲ ਸੰਬੰਧਿਤ ਮੈਂ ਤੁਹਾਡੇ ਸਾਹਮਣੇ 2 ਇਤਿਹਾਸਕ ਪੱਖ ਰੱਖਣੇ ਨੇ ਤਾਂ ਕਿ ਇਹ ਨਾਲ ਨਾਲ ਕਲੀਅਰ ਹੋ ਜਾਏ ਕਿ ਅੱਜ ਤੋਂ ਪਹਿਲਾਂ ਵੀ ਇਹਨਾਂ ਬਾਣੀ ਨੂੰ ਜਿਨ੍ਹਾਂ ਨੇ ਸੁਣਿਆ ਉਹਨਾਂ ਦਾ ਪਾਰ ਉਤਾਰਾ ਕਿੱਦਾਂ ਹੋਇਆ, ਤੇ ਜੇ ਅੱਜ ਸੁਣਾਂਗੇ ਤਾਂ ਸਾਡਾ ਪਾਰ ਉਤਾਰਾ ਕਿਵੇਂ। 2 ਪ੍ਰਮਾਣ ਤੁਹਾਡੇ ਸਨਮੁਖ ਰੱਖਣੇ। ਪਹਿਲਾ ਇੱਕ ਇਹ ਕਿ ਜਿਸ ਵੇਲੇ ਖਡੂਰ ਸਾਹਿਬ ਦੀ ਧਰਤੀ ਤੇ ਭਾਈ ਜੋਧ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਆਸਾ ਦੀ ਵਾਰ ਕੇਵਲ ਪੌੜੀਆਂ ਸਨ, ਉਦੋਂ ਜਦੋਂ 21ਵੀਂ ਪੌੜੀ ਦਾ ਪਾਠ ਭਾਈ ਜੋਧ ਨੇ ਕੀਤਾ ਕਿ ਜਿਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਐ, ਜੋ ਸਾਹਿਬ ਨਾਲ ਨਾ ਹਾਰੀਐ ਤਾਂ ਵੇਹਾ ਪਾਸਾ ਢਾਲੀਐ, ਕਿਛ ਲਾਹੇ ਉੱਪਰ ਘਾਲੀਐ। ਹੁਣ ਵੇਖੋ ਭਾਈ ਜੋਧ ਨੇ ਕੇਵਲ ਪੌੜੀ ਪੜ੍ਹੀ ਹੈ ਆਸਾ ਦੀ ਵਾਰ ਦੀ ਤੇ ਸੁਣੀ ਹੈ ਭਾਈ ਲਹਿਣਾ ਜੀ ਨੇ। ਹੁਣ ਇੱਕ ਸਿੱਖ ਬਾਣੀ ਪੜ੍ਹ ਰਿਹਾ, ਦੂਜਾ ਸੁਣ ਰਿਹਾ ਹੈ। ਹੁਣ ਬਾਣੀ ਪੜ੍ਹਨ ਵਾਲੇ ਦਾ ਵੀ ਭਲਾ ਉਧਾਰ ਤੇ ਜਿੰਨੇ ਸੁਣੀ ਉਹਦਾ ਵੀ ਉਧਾਰ ਹੋ ਗਿਆ। ਭਾਈ ਲਹਿਣੇ ਨੇ ਸੁਣੀ ਹੈ ਕੇਵਲ,
ਪਰ ਅਜੇ ਤੱਕ ਭਾਈ ਲਹਿਣੇ ਨੂੰ ਇਹਦੇ ਅਰਥਾਂ ਦਾ ਵੀ ਨਹੀਂ ਪਤਾ ਵੀ ਇਹਦੇ ਅਰਥ ਕੀ ਨੇ। ਕੇਵਲ ਸੁਣਿਆ ਹੈ ਨਾ ਸ਼ਬਦ ਨੂੰ, ਸੁਣਨ ਨਾਲ ਹੀ ਇਸ ਤਰ੍ਹਾਂ ਮਹਿਸੂਸ ਹੋਣ ਲੱਗ ਪਿਆ ਕਿ ਜਿਵੇਂ ਉਹਦੇ ਅੰਦਰ ਨੂੰ ਕੋਈ ਠੰਡਕ ਮਿਲਦੀ ਪਈ। ਭਾਈ ਜੋਧ ਨੂੰ ਮਿਲਿਆ, ਕਿਉਂਕਿ ਖਡੂਰ ਸਾਹਿਬ ਵਿੱਚ ਹੀ ਭਾਈ ਜੋਧ ਰਹਿੰਦਾ। ਭਾਈ ਲਹਿਣਾ ਮਿਲਿਆ, ਕਹਿਣ ਲੱਗਾ ਪਿਆਰਿਆ ਆ ਜਿਹੜਾ ਸ਼ਬਦ ਤੂੰ ਮੈਨੂੰ ਸੁਣਾਇਆ ਮੇਰੇ ਕੰਨਾਂ ਵਿੱਚ ਅਜੇ ਵੀ ਗੂੰਜਦਾ ਪਿਆ ਹੈ, ਜੇ ਤੂੰ ਕਿਰਪਾ ਕਰੇ ਮੈਨੂੰ 2-4 ਵਾਰੀ ਫਿਰ ਇਸ ਸ਼ਬਦ ਨੂੰ ਸੁਣਾ। ਭਾਈ ਜੋਧ ਨੇ 2-4 ਵਾਰ ਪੌੜੀ ਸੁਣਾਈ। ਫਿਰ ਉਸ ਪੌੜੀ ਦੇ ਬਾਰੇ ਦੱਸ ਦਿੱਤਾ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। ਇਹਦੇ ਵਿੱਚ ਮੇਰੇ ਸਾਹਿਬ ਜੀ ਕਹਿੰਦੇ ਨੇ ਆਪਣੇ ਕੀਤਿਆਂ ਕੁਝ ਨਹੀਂ, ਜਿੰਨੀ ਦੇਰ ਸਮਰੱਥ ਗੁਰੂ ਨਾ ਮਿਲੇ ਉਨੀ ਦੇਰ ਰਹਿਮਤ ਜੀਵਨ ਵਿੱਚ ਕੋਈ ਨਹੀਂ ਵਰਤਦੀ। ਭਾਈ ਲਹਿਣੇ ਨੇ ਕਿਹਾ ਉਹ ਸਮਰੱਥ ਗੁਰੂ ਕਿੱਥੇ ਮਿਲੇਗਾ? ਕਹਿਣ ਲੱਗੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਭਾਈ ਲਹਿਣਾ ਜੀ ਗਏ। ਮੈਂ ਇਸ ਸਾਖੀ ਨੂੰ ਬਹੁਤਾ ਜ਼ਿਆਦਾ ਲਮਕਾਉਣਾ ਨਹੀਂ। ਭਾਈ ਲਹਿਣਾ ਜੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗਏ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣਾ ਸਿੱਖ ਬਣਾਇਆ ਲਹਿਣੇ ਨੂੰ। ਹੁਣ ਪੌੜੀ ਤੇ ਇੱਕੋ ਹੀ ਸੁਣੀ ਨਾ, ਇੱਕ ਪੌੜੀ ਸੁਣਨ ਨਾਲ ਹੀ ਅੰਦਰ ਨੂੰ ਇਉਂ ਹੋ ਗਿਆ ਕਿ ਜਿਵੇਂ ਅੰਦਰ ਕੋਈ ਜਿਹੜੀ ਚੀਜ਼ ਦੀ ਡਿਮਾਂਡ ਕਰਦਾ ਸੀ, ਮੰਗ ਕਰਦਾ ਸੀ, ਉਹ ਪ੍ਰਾਪਤ ਹੋ ਗਈ ਹੋਵੇ। ਸਤਿਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਕੇ ਭਾਈ ਲਹਿਣੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦਾ ਭੌਰਾ ਸਦਾ ਦੇ ਲਈ ਬਣ ਗਿਆ। ਤੇ ਆਖਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਆਪਣਾ ਹੀ ਰੂਪ ਬਣਾ ਕੇ ਲਹਿਣੇ ਤੋਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਬਣਾ ਦਿੱਤਾ। ਹੁਣ ਇੱਕ ਤਾਂ ਇਹ ਹੈ ਸਾਡੇ ਸਾਹਮਣੇ ਬੜਾ ਵੱਡਾ ਪ੍ਰਮਾਣ। ਦੂਸਰਾ, ਬਾਬਾ ਅਮਰਦਾਸ ਜੀ 21 ਸਾਲ ਹਰਿਦੁਆਰ ਦੀ ਯਾਤਰਾ ਕਰਕੇ ਜਦੋਂ ਆਉਂਦੇ ਨੇ ਤੇ ਅਸੀਂ ਇਹ ਵੀ ਸਾਖੀ ਸੁਣੀ ਹੈ ਬਾਬਾ ਅਮਰਦਾਸ ਜੀ ਦੀ ਕਿ ਜਦੋਂ ਇੱਕ ਮਹਾਤਮਾ ਨੇ ਕਿਹਾ ਤੂੰ ਨਿਗੁਰਾ ਹੈ, ਤੇਰਾ ਮੇਰੇ ਨਾਲ ਸੰਗ ਕਿਉਂ ਹੋ ਗਿਆ? ਜਦੋਂ ਘਰੇ ਆਏ ਕਿ ਤੂੰ ਗੁਰੂ ਵਾਲਾ ਨਹੀਂ, ਬਾਰ-ਬਾਰ ਕੰਨਾਂ ਵਿੱਚ ਆਵਾਜ਼ ਗੂੰਜਦੀ ਹੈ। ਅੱਜ ਸਾਰੀ ਰਾਤ ਨੀਂਦ ਨਹੀਂ ਆਈ ਤੇ ਸਾਰੀ ਰਾਤ ਹੀ ਸੋਚਦੇ ਰਹੇ। ਉਹ ਤਾਂ ਮਹਾਤਮਾ ਇੰਨੀ ਗੱਲ ਕਹਿ ਕੇ ਚਲਿਆ ਗਿਆ ਕਿ ਤੂੰ ਨਿਗੁਰਾ ਹੈ, ਗੁਰੂ ਵਾਲਾ ਨਹੀਂ। ਉਹ ਮਨਾ 62 ਸਾਲ ਦੀ ਉਮਰ ਹੋ ਗਈ ਹੈ ਤੇ 62 ਸਾਲਾਂ ਦੇ ਵਿੱਚ ਇੰਨੀ ਵਾਰ ਹਰਿਦੁਆਰ ਗਿਆ ਹੈ ਤੇ ਇਹਦਾ ਮਤਲਬ ਲਾਭ ਹੀ ਕੋਈ ਨਾ ਹੋਇਆ। ਹੁਣ ਦੇਖੋ ਭਾਈ ਲਹਿਣੇ ਨੇ ਸ਼ਬਦ ਸੁਣਿਆ, ਜੀਵਨ ਬਦਲਿਆ। ਬਾਬਾ ਅਮਰਦਾਸ ਮਹਾਰਾਜ ਜੀ ਸਾਰੀ ਰਾਤ ਜਾਗਦੇ ਰਹੇ ਤੇ ਬਸ ਅੰਦਰ ਇੱਕੋ ਟਿਕੀ ਲੱਗੀ ਹੋਈ ਸੀ ਮਨਾ 62 ਸਾਲ ਦੀ ਉਮਰ ਹੈ ਤੇ ਬਾਕੀ ਪਤਾ ਨਹੀਂ ਕਿੰਨੇ ਕੁ ਸਵਾਸ ਹੋਰ ਰਹਿ ਗਏ ਨੇ। ਤੇਰਾ ਕੀ ਜੀਵਨ ਵਿਅਰਥੀ ਚਲਿਆ ਜਾਏਗਾ? ਇਹਨੇ ਚਿਰ ਨੂੰ ਦਿਨ ਦਾ ਚੜ੍ਹਾਅ ਹੋਇਆ। ਬੀਬੀ ਅਮਰੋ ਜੀ ਨੇ ਕਾੜਨੀ ਵਿੱਚ ਮਧਾਣੀ ਪਾਈ, ਦੁੱਧ ਰਿੜਕਣਾ ਸ਼ੁਰੂ ਕੀਤਾ ਤੇ ਨਾਲ ਉਹਨੇ ਬਾਣੀ ਦਾ ਪਾਠ ਸ਼ੁਰੂ ਕਰ ਦਿੱਤਾ। ਹੁਣ ਪਾਠ ਕਰ ਰਹੀ ਹੈ ਬੀਬੀ ਅਮਰੋ ਤੇ ਪਾਠ ਸੁਣ ਰਹੇ ਨੇ ਬਾਬਾ ਅਮਰਦਾਸ ਜੀ। ਜਪਜੀ ਸਾਹਿਬ ਦਾ ਪਾਠ ਸੁਣਿਆ, ਆਸਾ ਦੀ ਵਾਰ ਦੀਆਂ ਪੌੜੀਆਂ ਸੁਣੀਆਂ, ਹੋਰ ਜਿੰਨੇ ਸ਼ਬਦ ਯਾਦ ਸਨ ਬੀਬੀ ਅਮਰੋ ਜੀ ਨੇ ਸੁਣੇ, ਕਿਉਂਕਿ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਉਹ ਪੁੱਤਰੀ ਹੈ ਬੀਬੀ ਅਮਰੋ ਜੀ। ਜਦੋਂ ਬਾਣੀ ਦੇ ਪਾਠ ਨੂੰ ਸੁਣਿਆ ਤੇ ਬਾਬਾ ਅਮਰਦਾਸ ਜੀ ਦਿਨ ਦੇ ਚੜ੍ਹਾਅ ਨਾਲ ਕੋਲ ਗਏ। ਬੇਟਾ, ਮੈਨੂੰ ਇਉਂ ਲੱਗਦਾ ਹੈ ਅੰਦਰ ਦੀ ਜਿਹੜੀ ਤਮੰਨਾ ਸੀ, ਜੋ ਮਨ ਵਿੱਚ ਸੀ ਅੰਦਰ, ਜਿਹਨੂੰ ਮਿਲਣ ਦੀ ਤਾਂਘ ਸੀ, ਇਉਂ ਲੱਗਦਾ ਤੇਰੇ ਇਹਨਾਂ ਇੱਕ ਸ਼ਬਦਾਂ ਨੇ ਮੇਰੇ ਅੰਦਰ ਨੂੰ, ਹਿਰਦੇ ਨੂੰ ਵਿੰਨ ਕੇ ਰੱਖ ਦਿੱਤਾ ਹੈ। ਜਿਹੜੀ ਗੱਲ ਮੈਨੂੰ ਉਸ ਮਹਾਤਮਾ ਨੇ ਕਹੀ ਸੀ ਤੂੰ ਨਿਗੁਰਾ ਗੁਰੂ ਵਾਲਾ ਨਹੀਂ, ਅੱਜ ਇਉਂ ਲੱਗਦਾ ਹੈ ਕਿ ਜਿਵੇਂ ਮੈਨੂੰ ਕੋਈ ਗੁਰੂ ਵਾਲਾ ਬਣਾਉਣ ਲਈ ਮੇਰੇ ਅੰਦਰ ਅਨਿਆਲੇ ਤੀਰ ਮਾਰਦਾ ਪਿਆ ਹੈ। ਬੀਬੀ ਅਮਰੋ ਜੀ ਨੇ ਹੱਥ ਜੋੜੇ, ਮੱਥਾ ਟੇਕਿਆ, ਕਿਉਂਕਿ ਬਾਬਾ ਅਮਰਦਾਸ ਜੀ ਉਹਨਾਂ ਦੇ ਸਹੁਰਾ ਸਾਹਿਬ ਨੇ ਭਤੀਜਿਓ ਨੋ ਹੈ ਬੀਬੀ ਅਮਰੋ ਜੀ। ਕਹਿਣ ਲੱਗੇ ਪਿਤਾ ਜੀ ਹੁਕਮ? ਕਹਿਣ ਲੱਗੇ ਬੇਟਾ ਹੁਕਮ ਨਹੀਂ, ਮੇਰੀ ਬੇਨਤੀ ਹੈ, ਇਹ ਜਿਨ੍ਹਾਂ ਦੇ ਸ਼ਬਦ ਨੇ ਮੈਨੂੰ ਉਹਨਾਂ ਦੇ ਕੋਲੇ ਲੈ ਜਾ। ਹੁਣ ਵੇਖੋ ਬਾਣੀ ਅਸਰ ਕਿਉਂ ਨਹੀਂ ਸਾਡੇ ਉੱਤੇ ਕਰਦੀ? ਅਸਲ ਵਿੱਚ ਕਾਰਨ ਇਹ ਹੈ, ਜਿਸ ਦਿਨ ਸਾਡੇ ਹਿਰਦੇ ਵਿੱਚ ਤੜਫ ਇਦਾਂ ਦੀ ਲਹਿਣੇ ਵਰਗੀ, ਤੜਫ ਬਾਬਾ ਅਮਰਦਾਸ ਜੀ ਵਰਗੀ, ਤੜਫ ਭਾਈ ਮਨ ਜੀ ਵਰਗੀ, ਅਨੇਕਾਂ ਇਤਿਹਾਸ ਭਰਿਆ ਪਿਆ ਉਹਨਾਂ ਵਰਗੀ ਤੜਫ ਅੰਦਰ ਪੈਦਾ ਹੋ ਜਾਏਗੀ ਨਾ, ਗੁਰਮੁਖੋ ਗੁਰਬਾਣੀ ਦਾ ਤੇ ਇੱਕ ਸ਼ਬਦ ਹੀ ਮਨੁੱਖ ਦਾ ਜੀਵਨ ਬਦਲ ਕੇ ਰੱਖ ਦਿੰਦਾ ਹੈ। ਬਾਬਾ ਅਮਰਦਾਸ ਜੀ ਨੂੰ ਬੀਬੀ ਅਮਰੋ ਜੀ ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਲੈ ਕੇ ਗਏ। ਲਗਾਤਾਰ ਗੁਰੂ ਜੀ ਦੀ ਸੇਵਾ ਕਰਕੇ ਗੁਰੂ ਅਮਰਦਾਸ ਬਣ ਗਏ। ਕਿੰਨਾ ਵੱਡਾ ਅਸਰ ਹੋ ਗਿਆ ਬਾਣੀ ਸੁਣਨ ਦਾ ਹੀ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਪਿਆਰਿਓ, ਬਾਣੀ ਸੁਣਨ ਨਾਲ ਵੀ ਬੜਾ ਵੱਡਾ ਲਾਭ ਹੈ, ਕਿਉਂਕਿ ਮੈਂ 3 ਤਰੀਕੇ ਤੁਹਾਡੇ ਸਾਹਮਣੇ ਮੁੱਖ ਰੱਖੇ। ਅੱਖਾਂ ਰਾਹੀਂ ਦੀਦਾਰ ਕਰਨ ਨਾਲ ਵੀ ਰਹਿਮਤਾਂ ਵਰਤਦੀਆਂ ਨੇ, ਕੰਨਾਂ ਰਾਹੀਂ ਜੇ ਕੋਈ ਬਾਣੀ ਨੂੰ ਸੁਣਦਾ ਉਹਦੇ ਰਾਹੀਂ ਵੀ ਰਹਿਮਤ ਵਰਤਦੀ ਹੈ। ਪਰ ਸ਼ਰਤ ਇੱਕ ਇਹੀ ਹੈ ਵੀ ਜਦੋਂ ਜੀਵ ਸੁਣਦਾ ਹੈ, ਸੁਣਦਿਆਂ ਉਹਨਾਂ ਨੂੰ ਅੰਦਰ ਲਿਜਾਣ ਦੇਵੇ ਸਹੀ। ਇਹ ਨਹੀਂ ਕਿ ਕੋਈ ਇਹ ਸਮਝੇ ਕੰਨ ਦੋ ਇਸ ਕਰਕੇ ਮਿਲੇ ਨੇ, ਇੱਕ ਥਾਣੀ ਅਸੀਂ ਸੁਣਨਾ ਤੇ ਦੂਜੇ ਥਾਣੀ ਕੱਢਣਾ, ਇਸ ਕਰਕੇ ਨਹੀਂ। 2 ਕੰਨਾਂ ਦਾ ਮਤਲਬ ਹੈ ਜੋ ਕੁਝ ਦੋਨਾਂ ਕੰਨਾਂ ਰਾਹੀਂ ਸੁਣਿਆ ਉਹ ਅੰਦਰ ਚਲਿਆ ਜਾਏ। ਭਾਈ ਵੀਰ ਸਿੰਘ ਜੀ ਹੁਣਾਂ ਨੇ ਇੱਕ ਬੜੀ ਪਿਆਰੀ ਜੀ ਇੱਕ ਮਹਾਤਮਾ ਦੇ ਜੀਵਨ ਦੀ ਘਟਨਾ ਲਿਖੀ ਜੋ ਅੰਮ੍ਰਿਤਸਰ ਸ਼ਹਿਰ ਦੇ ਹੋਏ ਨੇ। ਉਹਨਾਂ ਨੂੰ ਕਹਿੰਦੇ ਹੁੰਦੇ ਸੀ ਬੁੱਝਿਆਂ ਵਾਲੇ ਸੰਤ। ਬੁੱਝਾ ਕਹਿੰਦੇ ਨੇ ਜਿਵੇਂ ਅਸੀਂ ਕੰਨ ਦੇ ਵਿੱਚ ਕੋਈ ਰੂੰ ਪਾ ਲਵੇ
ਤੇ ਉਸ ਆਪਣੇ ਕੰਨ ਦੇ ਵਿੱਚ ਰੂਹ ਨੂੰ ਜ਼ੋਰ ਦੀ ਨੱਪ ਕੇ ਆਪਣਾ ਕੰਨ ਬੰਦ ਕਰ ਲਵੇ। ਇਹਨੂੰ ਬਾਬਾ ਫਰੀਦ ਸਾਹਿਬ ਜੀ ਨੇ ਵੀ ਕਿਹਾ ਕੰਨੀ ਬੁੱਝੇ ਦੇ ਰਹਾ, ਉੱਥੇ ਕੰਨ ਬੰਦ ਕਰਨਾ ਰੂਹ ਦੇ ਨਾਲ। ਤੇ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਕਿ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਇੱਕ ਮਹਾਤਮਾ ਸਨ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਬੁੱਝਿਆਂ ਵਾਲੇ ਸੰਤ। ਤੇ ਬੁੱਝਿਆਂ ਵਾਲੇ ਸੰਤ ਕਿਉਂ ਕਿਹਾ ਜਾਂਦਾ ਸੀ? ਪੁੱਛਿਆ ਗਿਆ ਇੱਕ ਦਿਨ ਵੀ ਤੁਹਾਨੂੰ ਲੋਕੀ ਇਦਾਂ ਕਿਉਂ ਕਹਿੰਦੇ ਨੇ? ਉਹਨੇ ਫਿਰ ਜਿਹੜੀ ਆਪਣੇ ਜੀਵਨ ਦੀ ਘਟਨਾ ਦੱਸੀ ਹੋਏ, ਕਹਿਣ ਲੱਗਾ ਮੈਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਉੱਤੇ ਜਾਣਾ ਹੈ। ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਉੱਤੇ ਜਾ ਕੇ ਜਦੋਂ ਉੱਥੇ ਕੀਰਤਨ ਦੀ ਸ਼ਹਿਬਰ ਲੱਗਦੀ ਹੈ, ਉਸ ਕੀਰਤਨ ਦੀ ਸ਼ਹਿਬਰ ਦੇ ਨਾਲ ਮੈਂ ਆਪਣੇ ਇਹਨਾਂ ਦੋਨਾਂ ਕਟੋਰਿਆਂ ਨੂੰ, ਜਿਹੜੇ ਮੇਰੇ ਕੰਨਾਂ ਦੇ ਕਟੋਰੇ ਨੇ, ਇਹਨਾਂ ਦੋਨਾਂ ਕਟੋਰਿਆਂ ਰਾਹੀਂ ਮੈਂ ਆਪਣੇ ਅੰਦਰ ਗੁਰੂ ਦੇ ਨਾਮ ਦਾ ਅੰਮ੍ਰਿਤ ਲੈ ਕੇ ਜਾਣਾ ਹੈ। ਤੇ ਕਹਿਣ ਲੱਗਾ ਜਦੋਂ ਮੈਂ ਉੱਥੋਂ ਨਿਕਲ ਲੱਗਦਾ ਦਰਬਾਰ ਸਾਹਿਬ ਦੇ ਵਿੱਚੋਂ, ਉਦੋਂ ਮੈਂ 2 ਰੂੰ ਦੇ ਜਿਹੜੇ ਆਪਣੀ ਜੇਬ ਵਿੱਚ ਪਾਏ ਹੋਏ ਨੇ ਬੁੱਝੇ, ਉਹਨਾਂ ਨੂੰ ਦੋਨਾਂ ਨੂੰ ਮੈਂ ਆਪਣੇ ਕੰਨਾਂ ਦੇ ਵਿੱਚ ਕੁੱਟ ਕੇ ਦੇ ਲੈਣਾ। ਪੁੱਛਿਆ ਜੀ ਇਹ ਕਿਉਂ? ਕਹਿਣ ਲੱਗਾ ਇਸ ਕਰਕੇ ਦੇਣਾ, ਘਰ ਜਾਂਦਿਆਂ ਜਾਂਦਿਆਂ ਜਿਹੜਾ ਅੰਮ੍ਰਿਤ ਲੈ ਕੇ ਚੱਲਿਆ ਹਾਂ, ਕਿਤੇ ਚੁਗਲੀ ਨਿੰਦਿਆ ਝੂਠ ਜਾਂ ਇੱਧਰ ਦੇ ਵੱਜਦੇ ਵਜਾਉਂਦੇ ਗਾਣੇ ਜਾਂ ਜੋ ਕੁਝ ਸ਼ਹਿਰਾਂ ਦੇ ਵਿੱਚ ਆਪਾਂ ਦੇਖਦੇ ਹਾਂ ਜੋ ਕੁਝ ਹੁੰਦਾ ਹੈ, ਕਿਤੇ ਇਹਨਾਂ ਸਪੀਕਰਾਂ ਦੇ ਰਾਹੀਂ, ਇਹਨਾਂ ਆਵਾਜ਼ਾਂ ਦੇ ਰਾਹੀਂ ਇਹ ਬਣਿਆ ਹੋਇਆ ਅੰਮ੍ਰਿਤ ਹੀ ਕਿਤੇ ਜ਼ਹਿਰ ਨਾ ਬਣਾ ਕੇ ਚਲਿਆ ਜਾਵਾਂ। ਤਾਂ ਮੈਂ ਇਸ ਕਰਕੇ ਆਪਣੇ ਕੰਨਾਂ ਨੂੰ ਬੰਦ ਕਰਕੇ ਖੜਦਾ। ਇਹ ਕੋਈ ਗੁਰਮੁਖੋ ਕੇਵਲ ਮਨ ਘੜਤ ਨਹੀਂ, ਗੁਰੂ ਅਰਜਨ ਦੇਵ ਜੀ ਦਾ ਇੱਕ ਸ਼ਬਦ ਵੀ ਹੈ ਇਹਦੇ ਪਰਥਾਏ। ਮੇਰੇ ਸਾਹਿਬ ਜੀ ਕਹਿੰਦੇ ਮੇਰੇ ਮੋਹਨ ਸ਼੍ਰਵਣੀ ਇਹ ਨਾ ਸੁਣਾਏ। ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਬਦ ਹੈ, ਮੇਰੇ ਮਨ ਨੂੰ ਮੋਹ ਲੈਣ ਵਾਲੇ ਪਰਮਾਤਮਾ ਮੇਰੇ ਮੋਹਨ ਸ਼੍ਰਵਣੀ ਇਹ ਨਾ ਸੁਣਾਏ। ਕਿਹੜੀ ਚੀਜ਼ ਨਾ ਸੁਣਾਏ? ਕਹਿਣ ਲੱਗੇ ਸਾਕਤ ਗੀਤ ਨਾਦ ਧੁਨ ਉਪਜੈ ਬੋਲਤ ਬੋਲ ਆਜ਼ਾਏ। ਐ ਪਰਮਾਤਮਾ ਮੇਰੇ ਕੰਨਾਂ ਵਿੱਚ ਕਿਤੇ ਸਾਕਤਾਂ ਦੇ ਬੋਲ ਨਾ ਪੈ ਜਾਣ, ਮੇਰੇ ਕੰਨਾਂ ਵਿੱਚ ਕਿਤੇ ਸਾਕਤਾਂ ਦੇ ਗੀਤ ਨਾ ਪੈ ਜਾਣ। ਇਹ ਪਰਮਾਤਮਾ ਮੇਰੇ ਤੇ ਕਿਰਪਾ ਕਰੀ। ਗੱਲ ਵਿੱਚੋਂ ਨਿਕਲ ਆਈ। ਫਿਰ ਆਪਣੇ ਪ੍ਰਕਰਨ ਤੇ ਆਵਾਂਗਾ। ਅੱਜ ਸੱਭਿਆਚਾਰ ਦੇ ਨਾਂ ਦੇ ਉੱਤੇ ਜਿੰਨਾ ਬੇੜਾ ਗਰਕ ਕੀਤਾ ਜਾ ਰਿਹਾ ਹੈ, ਅਸੀਂ ਕਦੀ ਸੋਚਣ ਦੀ ਕੋਸ਼ਿਸ਼ ਨਹੀਂ ਕਰਦੇ। ਮੈਂ ਇੱਕ ਵਿਦਵਾਨ ਦੀ ਬੜੀ ਪਿਆਰੀ ਜਿਹੀ ਇੱਕ ਲਿਖਤ ਪੜ੍ਹੀ। ਉਹ ਕਹਿੰਦਾ ਇੱਕ ਬੰਦਾ ਕਾਨੇ ਨੂੰ, ਕਾਨਾ ਪੁੱਟਣ ਵਾਸਤੇ ਨਾ, ਕਾਨਾ ਉਹਦੇ ਮੁੱਢ ਦੇ ਨਾਲ ਦਹੀਂ ਤੇ ਦਹੀਂ ਦੇ ਵਿੱਚ ਸ਼ੱਕਰ ਪਾ ਕੇ ਉਹਦੇ ਮੁੱਢ ਵਿੱਚ ਪਾਉਂਦਾ ਪਿਆ ਸੀ। ਤੇ ਕਿਸੇ ਸਿਆਣੇ ਨੇ ਪੁੱਛਿਆ ਇਹ ਕੀ ਕਰਦਾ ਪਿਆ? ਕਹਿੰਦਾ ਕਾਨਾ ਪੁੱਟਣ ਲੱਗਾ। ਤੇ ਉਹਨੇ ਕਿਹਾ ਕਾਨਾ ਪੁੱਟਣਾ ਤੇ ਕਿੱਡੀ ਕੁ ਵੱਡੀ ਗੱਲ ਹੈ। ਇਸ ਕਾਨੇ ਨੂੰ ਪੁੱਟਣਾ ਤੇ ਇਹਦੇ ਕੋਈ ਭੌਲਾ ਜਾਂ ਕਹੀ ਕੋਈ ਚੀਜ਼ ਮਾਰ ਇਹਦੇ ਵਿੱਚ, ਜੜ੍ਹਾਂ ਤੋਂ ਪੁੱਟਿਆ ਜਾਏਗਾ। ਉਹ ਕਹਿਣ ਲੱਗਾ ਜੇ ਮੈਂ ਕਹੀ ਮਾਰੀ ਇਹਦੇ ਵਿੱਚ ਜਾਂ ਕੋਈ ਭੌਲੀ ਮਾਰੀ ਜਾਂ ਹੋਰ ਕੋਈ ਤਿੱਖੀ ਚੀਜ਼ ਮਾਰਾਂਗਾ, ਪਤਾ ਚੱਲ ਜਾਏਗਾ ਲੋਕਾਂ ਨੂੰ ਵੀ ਇਹਨੇ ਕਾਨਾ ਪੁੱਟਿਆ। ਕਹਿਣ ਲੱਗਾ ਇਸ ਤਰ੍ਹਾਂ ਨਹੀਂ ਪਤਾ ਚੱਲੇਗਾ। ਕਹਿੰਦਾ ਇਸ ਤਰ੍ਹਾਂ ਪਤਾ ਕਿਵੇਂ ਚੱਲੇਗਾ? ਅੱਜ ਮੈਂ ਆਇਆ ਹਾਂ ਰਾਤ ਨੂੰ ਇਸ ਮੁੱਢ ਦੇ ਵਿੱਚ ਆ ਕੇ, ਕਾਨੇ ਦੇ ਮੁੱਢ ਦੇ ਨਾਲ ਮੈਂ ਦਹੀਂ ਦੇ ਵਿੱਚ ਸ਼ੱਕਰ ਮਿਲਾ ਕੇ ਪਾ ਕੇ ਚੱਲਿਆ। ਕੁਝ ਦਿਨਾਂ ਬਾਅਦ ਇਹਦੇ ਵਿੱਚ ਕੀੜੇ ਪੈਦਾ ਹੋ ਜਾਣਗੇ। ਉਹਨਾਂ ਕੀੜਿਆਂ ਨੇ ਕਾਨੇ ਨੂੰ ਖਾ ਲੈਣਾ। ਹਵਾ ਆਵੇਗੀ ਤੇ ਕਾਨਾ ਉਡਾ ਕੇ ਲੈ ਜਾਵੇਗੀ। ਮੇਰਾ ਤਾਂ ਕਿਸੇ ਨੂੰ ਪਤਾ ਹੀ ਨਹੀਂ ਚੱਲਣਾ। ਉਹਦੀ ਗੱਲ ਬੜੀ ਕਮਾਲ ਦੀ ਹੈ। ਉਹ ਕਹਿਣ ਲੱਗਾ ਸਾਨੂੰ ਇਸੇ ਤਰ੍ਹਾਂ ਸੱਭਿਆਚਾਰ ਦੇ ਨਾਂ ਦੇ ਉੱਤੇ ਜਿਹੜਾ ਦਹੀਂ ਦੇ ਵਿੱਚ ਮਿੱਠਾ ਮਿਲਾ ਕੇ ਦਿੱਤਾ ਜਾ ਰਿਹਾ ਹੈ, ਸ਼ੱਕਰ ਮਿਲਾ ਕੇ ਦਿੱਤਾ ਜਾ ਰਿਹਾ ਹੈ, ਉਹ ਜੜ੍ਹਾਂ ਪੁੱਟਣ ਵਾਸਤੇ ਕੀਤਾ ਜਾ ਰਿਹਾ ਕਿ ਇਹਨਾਂ ਨੂੰ ਪਤਾ ਹੀ ਨਾ ਚੱਲੇ ਸਿੱਖਾਂ ਨੂੰ ਵੀ ਇਹ ਕੁਝ ਕਦੋਂ ਸਾਰਾ ਕੁਝ ਵਾਪਰ ਗਿਆ ਤੇ ਇਹ ਕੁਝ ਹੁੰਦਾ ਪਿਆ। ਅੱਜ ਨੌਜਵਾਨ ਕੰਨਾਂ ਵਿੱਚ ਨੱਤੀਆਂ ਕਿਉਂ ਪਾਉਣ ਲੱਗ ਪਏ? ਕਿਹਨਾਂ ਨੇ ਪਵਾਈਆਂ? ਕਿਸੇ ਕਥਾ ਕੀਰਤਨ ਵਾਲੇ ਤੇ ਨਹੀਂ ਪਵਾਈਆਂ। ਇਹ ਕੰਨਾਂ ਵਿੱਚ ਨੱਤੀਆਂ ਉਹਨਾਂ ਲੋਕਾਂ ਨੇ ਪਵਾਈਆਂ ਨੇ ਜਿਹੜੇ ਲੋਕਾਂ ਨੇ ਸੱਭਿਆਚਾਰ ਦੇ ਨਾਂ ਦੇ ਦੇ ਕੇ ਵੀ ਸੱਭਿਆਚਾਰ ਹੈ ਜੀ ਇਹ ਸੱਭਿਆਚਾਰ, ਪਰ ਉਹਦੇ ਨਾਲ ਬੇੜਾ ਗਰਕ ਬਹੁਤ ਕੀਤਾ। ਇੱਧਰ ਨੂੰ ਵੀ ਕੌਮ ਨੂੰ ਧਿਆਨ ਦੇਣ ਦੀ ਲੋੜ ਹੈ ਕਿ ਜਦੋਂ ਅਸੀਂ ਇਸ ਚੀਜ਼ ਵਾਲੇ ਬੰਨੇ ਸੋਚਣ ਦੀ ਕੋਸ਼ਿਸ਼ ਕਰਾਂਗੇ ਨਾ, ਜਿਹੜਾ ਕੋਈ ਚੰਗਾ ਲਿਖੇ ਚੰਗਾ ਬੋਲੇ ਚਲੋ ਉਹਦਾ ਮਾਣ ਸਤਿਕਾਰ ਵੀ ਹੈ, ਪਰ ਬਹੁ ਗਿਣਤੀ ਮੈਨੂੰ ਨਹੀਂ ਲੱਗਦਾ ਕੋਈ ਇਸ ਤਰ੍ਹਾਂ ਦਾ। ਜੇ ਕੋਈ ਚੰਗਾ ਬੋਲਦਾ ਵੀ ਹੋਵੇ ਲੋਕੀ ਸੁਣਦੇ ਵੀ ਕਿਹੜੇ ਲੋਕ ਤੇ ਬਹੁਤਾਤਰ ਉਹਨਾਂ ਨੂੰ ਸੁਣਦੇ ਜਾਂ ਸੱਦਦੇ ਹੈ ਜਿਹੜੇ ਲੋਕ ਸਾਡੀਆਂ ਧੀਆਂ ਭੈਣਾਂ ਬੱਚੀਆਂ ਦੇ ਨਾਂ ਲੈ ਲੈ ਕੇ, ਸਾਡੀਆਂ ਮਾਤਾਵਾਂ ਦੇ ਨਾਂ ਲੈ ਲੈ ਕੇ ਉਹਨਾਂ ਨੂੰ ਕਿਹੜੇ ਕਿਹੜੇ ਰੂਪ ਦੇ ਵਿੱਚ ਗਾਣਿਆਂ ਦੇ ਵਿੱਚ ਸ਼ੋਅ ਕਰ ਕਰਕੇ ਪੇਸ਼ ਕਰਦੇ ਨੇ। ਹੈਰਾਨਗੀ ਹੁੰਦੀ ਹੈ, ਲੋਕੀ ਪਤਾ ਨਹੀਂ ਕਿਵੇਂ ਸੁਣੀ ਜਾਂਦੇ ਨੇ। ਇੱਕ ਮਹਾਤਮਾ ਇੱਕ ਖਾੜੇ ਦੇ ਕੋਲੋਂ ਦੀ ਲੰਘਦਾ ਪਿਆ ਸੀ ਤੇ ਉਸ ਮਹਾਤਮਾ ਨੂੰ ਕਿਸੇ ਨੌਜਵਾਨ ਨੇ ਟਿੱਚਰ ਕੀਤੀ। ਕਹਿੰਦੇ ਬਾਬਾ ਆ ਵੇਖ ਇੱਧਰ ਮੁਜਰਾ ਲੱਗਾ ਹੋਇਆ, ਤੈਨੂੰ ਵਿਖਾਈਏ ਮੁਜਰਾ, ਤੂੰ ਰੋਜ਼ ਕਥਾ ਕੀਰਤਨ ਤਾਂ ਸੁਣਦਾ ਰਹਿੰਦਾ, ਆ ਤੈਨੂੰ ਅੱਜ ਮੁਜਰਾ ਵਿਖਾਈਏ, ਹੋ ਜਾ ਤੂੰ ਮੁਜਰਾ ਨਹੀਂ ਕਦੀ ਵੇਖਿਆ ਹੋਣਾ। ਤੇ ਪਹਿਲਾਂ ਤੇ ਉਸ ਮਹਾਤਮਾ ਨੇ ਸੋਚਿਆ ਵੀ ਮੁਜਰਾ, ਉਹ ਕਹਿਣ ਲੱਗਾ ਮੁਜਰਾ ਕੀ? ਕਹਿਣ ਲੱਗੇ ਆ ਵੇਖ ਬਾਬਾ, ਆਹ ਵੇਖ ਗਾਉਣ ਵਾਲੀ ਨੇ ਕਿਵੇਂ ਰੰਗ ਬੰਨੇ ਹੋਏ ਨੇ, ਆਹ ਵੇਖ ਕੇ ਜਾ, ਇਹ ਵੀ ਨਜ਼ਾਰਾ ਕਦੀ ਵੇਖ। ਤੇ ਬਾਬਾ ਕਹਿਣ ਲੱਗਾ ਉੱਦਾਂ ਤੇ ਭਾਵੇਂ ਮੈਂ ਨਾ ਵੇਖਦਾ, ਪਰ ਇਹ ਨੌਜਵਾਨਾਂ ਹੁਣ ਮੈਂ ਜ਼ਰੂਰ 2 ਮਿੰਟ ਰੁਕ ਕੇ ਜਾਵਾਂਗਾ। ਤੇ ਜਦੋਂ 2 ਮਿੰਟ ਉਹ ਮਹਾਤਮਾ ਰੁਕਿਆ, ਕਹਿਣ ਲੱਗੇ ਬਾਬਾ ਲੱਗਾ ਹੀ ਪਤਾ ਕੀ ਕਹਿੰਦਾ ਹੈ?
ਇਹ ਗਾਉਣ ਵਾਲਾ ਗਾਉਣ ਵਾਲੀ, ਇਹ ਸਾਜ਼ ਤਾਲ ਜਿਹੜੇ ਵਾਜੇ ਵੱਜਦੇ ਨੇ, ਵੇਖ ਲੋ ਕਿ ਕਿਵੇਂ ਕੁਝ ਹੁੰਦੇ ਨੇ। ਬਾਬਾ ਤੈਨੂੰ ਕੋਈ ਲੱਗੀ ਸਮਝ? ਕਹਿੰਦਾ ਮੈਨੂੰ ਤਾਂ ਲੱਗੀ, ਪਰ ਮੈਂ ਹੈਰਾਨ ਹਾਂ, ਜੋ ਕੁਝ ਮੈਨੂੰ ਸਮਝ ਲੱਗੀ ਤੁਹਾਨੂੰ ਕਿਉਂ ਨਹੀਂ ਲੱਗਦੀ? ਕਹਿੰਦੇ ਬਾਬਾ ਤੈਨੂੰ ਕੀ ਸਮਝ ਲੱਗੀ? ਕਹਿਣ ਲੱਗਾ ਫਿਰ ਮੈਨੂੰ ਤੇ ਸਮਝ ਇਹ ਲੱਗੀ ਜੇ ਇਹ ਗਾਉਣ ਵਾਲੀ ਕਹਿੰਦੀ ਪਈ ਹੈ ਉਸ ਬਾਬੇ ਦੇ ਬੋਲ ਨੇ। ਉਹ ਮਹਾਤਮਾ ਰੱਬ ਨਾਲ ਮਿਲਿਆ ਹੋਇਆ ਸੀ। ਉਹਨੇ ਕਿਹਾ ਮੇਰੇ ਕੰਨਾਂ ਵਿੱਚ ਇਹਦੀਆਂ ਆਵਾਜ਼ਾਂ ਇਹ ਗੂੰਜਦੀਆਂ ਪਈਆਂ ਨੇ, ਸ਼ੁਭ ਕਾਜ ਕੋ ਛੋੜ ਆਕਾਜ ਕਰੇ ਕਛ ਲਾਜ ਨਾ ਆਵਤ ਇਨਕੋ। ਇਹ ਤਾਂ ਚੰਗੇ ਕੰਮ ਛੱਡ ਕੇ ਲੋਕ ਕਿਹੜੇ ਬੰਨੇ ਤੁਰ ਪਏ ਨੇ। ਇਹ ਜਿਹੜੀ ਇਹਦੇ ਸਾਜ਼ ਆਵਾਜ਼ ਨੇ ਜਾਂ ਗਾਉਣ ਵਾਲੀ ਇਹ ਕਹਿੰਦੀ ਪਈ ਹੈ शुभ काज कुसोड़ छोड़ आकाज करे कछ लाज न आवत इनको। एक रांड बुलाए नचावत है गृह का तन सब लटावण को। मृदंग तने त्रिग त्रिग कहे सतार कहे किनको किनको। बाहां उलार नार कहे इनको इनको इनको। ਉਹ ਬਾਬੇ ਨੇ ਕਿਹਾ ਇਹ ਤਾਂ ਲਾਹਣਤਾਂ ਪਾਉਂਦੀ ਪਈ ਹੈ ਜਿਹੜੇ ਮੈਨੂੰ ਵੇਖਣ ਵਾਸਤੇ ਆਏ। ਇਹਦੇ ਸਾਜ਼-ਬਾਜ਼ ਲਾਹਣਤਾਂ ਪਾਉਂਦੇ ਪਏ ਨੇ। ਤੇ ਇਹ ਲਾਹਣਤ ਪੁੱਛਦੀ ਹੈ ਘੁੰਗਰੂਆਂ ਵਾਲੀ, ਲਾਹਣਤ ਹੈ ਕਿਹਨੂੰ? ਤੇ ਉਹਦੀ ਬਾਂਹ ਜਿਹੜੀ ਹੈ ਉਲਾਰ ਕੇ ਕਹਿੰਦੀ ਹੈ ਲਾਹਣਤ ਤਾਂ ਇਹਨਾਂ ਨੂੰ ਹੈ ਜਿਹੜੇ ਪੈਸੇ ਦੇ ਕੇ ਮੈਨੂੰ ਵੇਖਣ ਵਾਸਤੇ ਆਏ। ਪਤਾ ਨਹੀਂ ਤੁਸੀਂ ਕਿਵੇਂ ਇਹਨੂੰ ਵੇਖੀ ਜਾਂਦੇ ਹੋ ਤੇ ਸੁਣੀ ਜਾਂਦੇ ਹੋ। ਕਹਿਣ ਤੋਂ ਭਾਵ ਹੈ ਜਦੋਂ ਰੱਬ ਦੇ ਪਿਆਰੇ ਨੇ ਚੋਟ ਮਾਰੀ, ਕਹਿਣ ਲੱਗੇ ਬਾਬਾ ਫਿਰ ਤੇਰੀ ਅਵਸਥਾ ਕੋਈ ਹੋਰ ਹੈ, ਸਾਡੀ ਅਵਸਥਾ ਨਹੀਂ। ਉਸ ਬਾਬੇ ਨੇ ਕਿਹਾ ਫਿਰ ਜੇ ਗੁਰੂ ਅਰਜਨ ਦੇਵ ਜੀ ਦੇ ਬਚਨਾਂ ਨੂੰ ਕਿਤੇ ਤੁਸੀਂ ਸੁਣਦੇ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹ ਚੰਗਾ ਕੰਮ ਛੱਡ ਕੇ ਕਿਹੜੇ ਤੁਸੀਂ ਪੁੱਠੇ ਕੰਮ ਵਿੱਚ ਪੈ ਗਏ ਹੋ। ਉਹਨੇ ਕਿਹਾ ਬਾਬਾ ਗੁਰੂ ਅਰਜਨ ਦੇਵ ਜੀ ਕੀ ਕਹਿੰਦੇ ਨੇ? ਫਿਰ ਉਸ ਬਾਬੇ ਨੇ ਕਿਹਾ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ। ਸਾਖਤ ਗੀਤ ਨਾਦ ਧੁਨ ਉਪਜੈ ਬੋਲਤ ਬੋਲ ਅਜਾਏ। ਗੁਰੂ ਅਰਜਨ ਦੇਵ ਜੀ ਕਹਿੰਦੇ ਮੇਰੇ ਕੰਨਾਂ ਵਿੱਚ ਕਿਤੇ ਸਾਖਤਾਂ ਦੇ ਬੋਲ ਨਾ ਪੈਣ। ਬੇਨਤੀ ਕਰ ਰਿਹਾ ਸੀ। ਭਾਈ ਵੀਰ ਸਿੰਘ ਜੀ ਉਹਨਾਂ ਮਹਾਤਮਾ ਦਾ ਜੀਵਨ ਲਿਖਿਆ, ਕਹਿੰਦੇ ਬੁੱਝਿਆਂ ਵਾਲੇ ਸੰਤ। ਉਹ ਕਹਿੰਦਾ ਮੈਂ ਕਟੋਰਾ ਭਰ ਕੇ ਲੈ ਕੇ ਜਾਣਾ ਆਪਣੇ ਕੰਨਾਂ ਰਾਹੀਂ ਨਾਮ ਅੰਮ੍ਰਿਤ ਦਾ। ਮੈਂ ਨਹੀਂ ਚਾਹੁੰਦਾ ਕਿ ਇਹਨੂੰ ਜ਼ਹਿਰ ਬਣਾ ਕੇ ਲੈ ਜਾਵਾਂ। ਇਹ ਬੜੀ ਵੱਡੀ ਸਾਡੇ ਵਾਸਤੇ ਸਿੱਖਿਆ ਹੈ ਕਿ ਅਸੀਂ ਕੰਨਾਂ ਦੁਆਰਾ ਜਦੋਂ ਗੁਰੂ ਜੀ ਦੇ ਬਚਨਾਂ ਨੂੰ ਕੀਰਤਨ ਰੂਪ ਵਿੱਚ, ਕਥਾ ਰੂਪ ਵਿੱਚ, ਪਾਠ ਰੂਪ ਵਿੱਚ ਸੁਣ ਕੇ ਜਾਂਦੇ ਹਾਂ ਤੇ ਉਹਨਾਂ ਦਾ ਅਸਰ ਸਾਡੇ ਹਿਰਦੇ ਤੱਕ ਪਹੁੰਚ ਜਾਏ। ਤੀਸਰਾ ਬਚਨ ਜਿਹੜਾ ਹੈ, ਦੋ ਆਪਾਂ ਵਿਚਾਰਾਂ ਕੀਤੀਆਂ, ਇੱਕ ਨੇਤਰਾਂ ਰਾਹੀਂ ਕੰਨਾਂ ਰਾਹੀਂ ਸੁਣਨਾ, ਤੀਸਰਾ ਹੈ ਜ਼ੁਬਾਨ ਰਾਹੀਂ ਬੋਲਣਾ। ਹੁਣ ਜਦੋਂ ਅਸੀਂ ਬੋਲਣ ਦੀ ਗੱਲ ਕਰਾਂਗੇ ਤੇ ਮੇਰੇ ਸਾਹਿਬ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਪਿਆਰਿਓ ਇਹ ਜ਼ੁਬਾਨ ਪਰਮਾਤਮਾ ਨੇ ਦਿੱਤੀ ਹੀ ਅਸਲ ਵਿੱਚ ਇਸੇ ਵਾਸਤੇ ਹੈ। ਕਾਹਦੇ ਵਾਸਤੇ ਮਿਲੀ ਮਹਾਰਾਜ ਜ਼ੁਬਾਨ? ਕਹਿੰਦੇ ਬੋਲੋ ਜਸ ਜੇਬਾ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ। ਤੀਜਾ ਤਰੀਕਾ ਹੈ ਜ਼ੁਬਾਨ ਨਾਲ ਬੋਲਣਾ। ਇਹਨਾਂ ਤਿੰਨਾਂ ਤਰੀਕਿਆਂ ਨਾਲ ਹੀ ਭਲਾ ਹੁੰਦਾ ਹੈ। ਭੋਜਨ ਕੇਵਲ ਖਾਂਦੇ ਹਾਂ, ਇੱਕੋ ਹੀ ਤਰੀਕਾ ਹੈ। ਭਜਨ ਦੇ ਤਿੰਨ ਤਰੀਕੇ ਨੇ, ਅੱਖਾਂ, ਕੰਨ ਤੇ ਜ਼ੁਬਾਨ ਭਾਵ ਕੇ ਮੂੰਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਪਿਆਰਿਓ ਬੋਲੋ ਜਸ ਜੇਬਾ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾ। ਤੇ ਪ੍ਰਮਾਤਮਾ ਨੇ ਜ਼ੁਬਾਨ ਦਿੱਤੀ, ਇਹਦੇ ਨਾਲ ਉਹਦੇ ਬੋਲ ਬੋਲੀਏ। ਤੇ ਮੇਰੇ ਸਾਹਿਬ ਜੀ ਕਹਿੰਦੇ ਬੋਲ ਕਿਹੋ ਜਿਹੇ ਬੋਲਣੇ ਚਾਹੀਦੇ ਹੈ। ਤੇ ਸਤਿਗੁਰੂ ਰੋਜ਼ ਆਸਾ ਦੀ ਵਾਰ ਵਿੱਚ ਕਹਿੰਦੇ ਇੱਕ ਗੱਲ ਦਾ ਖਿਆਲ ਰੱਖਿਓ, ਬੋਲ ਬੋਲਣ ਲੱਗਿਆ ਇੱਕ ਗੱਲ ਦਾ ਧਿਆਨ ਰੱਖ ਕੇ ਬੋਲਿਓ। ਮਹਾਰਾਜ ਕਿਹੜੀ ਦਾ? ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਜਿਸ ਜ਼ੁਬਾਨ ਨਾਲ ਫਿੱਕਾ ਬੋਲੋਗੇ ਤਨ ਤੇ ਮਨ ਤੁਹਾਡਾ ਫਿੱਕਾ ਹੋ ਜਾਏਗਾ। ਮਹਾਰਾਜ ਫਿਰ ਕੀ ਬੋਲੀਏ? ਕਹਿੰਦੇ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਹਉ ਸੰਭਲ ਥੱਕੀ ਜੀਓ ਕਦੇ ਨਾ ਬੋਲੇ ਕੌੜਾ। ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੇ ਔਗਣ ਕੋ ਨਾ ਚਿਤਾਰੇ। ਕਹਿਣ ਲੱਗੇ ਜਿਸ ਰਸਨਾ ਨਾਲ ਮਿੱਠੇ ਬੋਲ ਪਰਮਾਤਮਾ ਦੇ ਬੋਲੋਗੇ ਇਹ ਰਸਨਾ ਪ੍ਰਭੂ ਦੇ ਦਰਬਾਰ ਵਿੱਚ ਮਾਨ ਦੇ ਦੇਗੀ। ਬਾਬਾ ਫਰੀਦ ਸਾਹਿਬ ਜੀ ਦਾ ਇੱਕ ਸ਼ਲੋਕ ਕਹਿ ਕੇ ਫਿਰ ਮੈਂ ਇਸ ਸ਼ਬਦ ਦੀ ਵਿਚਾਰ ਕਰਕੇ ਆਪ ਤੇ ਸੰਗਤਾਂ ਦੇ ਕੋਲੋਂ ਖਿਮਾ ਮੰਗ ਲੈਣੀ ਹੈ। ਬਾਬਾ ਫਰੀਦ ਸਾਹਿਬ ਜੀ ਦੇ ਸਾਹਮਣੇ ਇੱਕ ਬੜਾ ਵੱਡਾ ਮਸਲਾ ਆ ਗਿਆ। ਬਾਬਾ ਫਰੀਦ ਸਾਹਿਬ ਦੇ ਸਾਹਮਣੇ ਇੱਕ ਭੈਣ ਨੇ ਆ ਕੇ, ਇੱਕ ਬੀਬੀ ਨੇ ਆ ਕੇ ਬਾਬਾ ਫਰੀਦ ਸਾਹਿਬ ਨੂੰ ਕਿਹਾ ਬਾਬਾ ਜੀ ਤੁਸੀਂ ਬੜੇ ਸਿਆਣੇ ਹੋ, ਰੱਬ ਨਾਲ ਮਿਲੇ ਹੋਏ ਹੋ, ਮੈਂ ਚਾਹੁੰਦੀ ਹਾਂ ਕਿ ਕੋਈ ਢੰਗ ਤਰੀਕਾ ਮੈਨੂੰ ਦੱਸ ਦਿਓ ਜਿਸ ਢੰਗ ਤਰੀਕੇ ਦੇ ਨਾਲ ਮੇਰਾ ਪਤੀ ਮੇਰਾ ਮਾਨ, ਮੇਰੀ ਇੱਜ਼ਤ, ਮੇਰਾ ਸਨਮਾਨ ਕਰੇ। ਮੈਂ ਚਾਹੁੰਦੀ ਪਤੀ ਵਸ ਵਿੱਚ ਰਹੇ, ਕੋਈ ਤਰੀਕਾ ਹੈ ਬਾਬਾ ਫਰੀਦ ਸਾਹਿਬ ਜੀ? ਤੇ ਬਾਬਾ ਫਰੀਦ ਸਾਹਿਬ ਨੇ ਕਿਹਾ ਭੈਣੇ ਤੂੰ ਚੰਗਾ ਕੀਤਾ, ਟਿਕਾਣੇ ਚੰਗੇ ਤੇ ਆ ਗਈ ਹੈ। ਜੇ ਕਿਤੇ ਹੋਰ ਥਾਂ ਚਲੀ ਜਾਂਦੀ ਤੇ ਹੋ ਸਕਦਾ ਤੈਨੂੰ ਕੋਈ ਸਵਾਵਾਂ ਦੀਆਂ ਪੁੜੀਆਂ ਦੇ ਕੇ ਤੋਰ ਦਿੰਦਾ, ਤੈਨੂੰ ਕੋਈ ਮੰਤਰ ਦੇ ਕੇ ਤੋਰ ਦਿੰਦਾ, ਤੈਨੂੰ ਕੋਈ ਗੁੰਮਰਾਹ ਕਰ ਦਿੰਦਾ। ਪਰ ਜੇ ਤੂੰ ਚੰਗੇ ਟਿਕਾਣੇ ਤੇ ਆਈ ਤੇ ਆ ਮੈਂ ਤੈਨੂੰ ਦੱਸਾਂ ਗੱਲ ਉੱਥੇ ਕੇਵਲ ਔਰਤ ਦੀ ਤੇ ਪਤੀ ਦੀ ਨਹੀਂ, ਕੇਵਲ ਪ੍ਰਮਾਣ ਹੈ ਗੱਲ ਹਰੇਕ ਜੀਵ ਦੀ ਤੇ ਪਰਮਾਤਮਾ ਰੂਪੀ ਪਤੀ ਦੀ ਹੈ। ਗੁਰਬਾਣੀ 'ਚ ਬੜੇ ਐਸੇ ਸ਼ਬਦ ਨੇ ਜਿਨ੍ਹਾਂ ਵਿੱਚ ਬਾਹਰੀ ਉਦਾਹਰਨ ਦਿੱਤੀ ਜਾਂਦੀ ਹੈ ਪਰ ਗੱਲ ਪਰਮਾਤਮਾ ਤੇ ਜੀਵ ਰੂਪੀ ਇਸਤਰੀ ਦੀ ਹੀ ਹੁੰਦੀ ਹੈ। ਬਾਬਾ ਫਰੀਦ ਸਾਹਿਬ ਜੀ ਦੇ ਸਾਹਮਣੇ ਉਹ ਭੈਣ ਨੇ ਆ ਕੇ ਸਵਾਲ ਕਿਹੜਾ ਕੀਤਾ? ਉਹਦਾ ਸਵਾਲ ਸੀ ਕਿ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ ਕੌਣ ਸੋ ਵੇਸੋ ਹਉ ਕਰੀ ਜਿੱਤ ਵਸ ਆਵੈ
ਕੰਤ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮੇਰੇ ਸਾਹਮਣੇ ਮਸਲਾ ਬੜਾ ਵੱਡਾ ਆ ਗਿਆ। ਉਹ ਕਹਿੰਦੀ ਬਾਬਾ ਜੀ ਮੈਨੂੰ ਇਹ ਦੱਸੋ ਕਵਣ ਸੋ ਅੱਖਰ, ਉਹ ਅੱਖਰ ਕਿਹੜੇ ਜਿਹੜੇ ਮੈਂ ਬੋਲਾਂ, ਕਵਣ ਸੋ ਗੁਣ, ਗੁਣ ਕਿਹੜੇ ਧਾਰਨ ਕਰਾਂ, ਕੌਣ ਸੋ ਮਣੀਆਂ ਮੰਤ, ਮਣੀਆਂ ਮੰਤ ਹੀ ਅਸਲ ਵਿੱਚ ਜ਼ਬਾਨ ਦੇ ਮਿੱਠੇ ਬੋਲ ਨੇ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮੈਨੂੰ ਆ ਕੇ ਸਵਾਲ ਕੀਤਾ ਕੌਣ ਸੋ ਵੇਸੋ ਹਉ ਕਰੀ, ਮੈਂ ਕਿਹੜਾ ਵੇਸ਼ ਧਾਰਨ ਕਰਾਂ ਜਿਤ ਵਸ ਆਵੇ ਕੰਤ। ਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਲੈ ਭੈਣੇ ਫਿਰ ਆ 3 ਬਚਨ ਮੇਰੇ ਆਪਣੀ ਜ਼ਿੰਦਗੀ 'ਚ ਕਮਾਲ ਆ, ਸਾਰਿਆਂ ਵਾਸਤੇ ਹੀ ਨੇ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨਿਮਨ ਸੁਅੱਖਰ, ਪਹਿਲਾ ਗੁਣ ਮੇਰੀਏ ਭੈਣੇ ਮੇਰੀਏ ਬੱਚੀਏ ਆਪਣੀ ਜ਼ਿੰਦਗੀ 'ਚ ਧਾਰਨ ਕਰ। ਨਿਮਨ ਸੁਅੱਖਰ ਦਾ ਅਰਥ ਹੈ ਨਿਮਰਤਾ ਧਾਰਨ ਕਰ ਲੈ। ਖਮਣ ਗੁਣ, ਖਮਣ ਦਾ ਅਰਥ ਹੁੰਦਾ ਜੇ ਕਿਸੇ ਨੇ ਕੋਈ ਬੋਲ ਕਹਿ ਦਿੱਤਾ ਉੱਚਾ ਨੀਵਾਂ ਉਹਨੂੰ ਜਰ ਜਾਣਾ। ਨਿਮਨ ਸੁਅੱਖਰ ਖਮਣ ਗੁਣ ਜਿਹਬਾ ਮਣੀਆਂ ਮੰਤ, ਮੇਰੀਏ ਭੈਣੇ ਮੇਰੀਏ ਬੱਚੀਏ ਜੇ ਜ਼ੁਬਾਨ ਦੇ ਵਿੱਚੋਂ ਮਿੱਠੇ ਮਿੱਠੇ ਬੋਲ ਬੋਲੇਗੀ ਤੇ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਇਹ ਤਾਂ ਪਤੀ ਦੀ ਗੱਲ ਬੜੀ ਉਰੇ ਦੀ ਹੈ, ਜਿਹੜਾ ਪ੍ਰਭੂ ਪਰਮਾਤਮਾ ਪਤੀ ਸਾਰਿਆਂ ਦਾ ਹੀ ਮਾਲਕ ਹੈ। ਮੇਰੀਏ ਬੱਚੀਏ ਮੇਰੀਏ ਧੀਏ ਉਹ ਵਸ ਵਿੱਚ ਆ ਜਾਏਗਾ। ਬਾਬਾ ਫਰੀਦ ਸਾਹਿਬ ਦਾ ਜਵਾਬ ਅੱਗੋਂ ਇਹ ਸੀ, ਕਹਿਣ ਲੱਗੇ ਨਿਮਨ ਸੁਅੱਖਰ ਖਮਣ ਗੁਣ ਜੇਬਾ ਮਣੀਆਂ ਮੰਤ, ਇਹ 3 ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਜੇ ਇਹ 3 ਗੁਣਾਂ ਦਾ ਸ਼ਿੰਗਾਰ ਕਰ ਲਵੇਂ ਤੇ ਪ੍ਰਭੂ ਪਰਮਾਤਮਾ ਵਸ ਵਿੱਚ ਆ ਜਾਂਦਾ। ਮੈਂ ਤੀਸਰੀ ਬੇਨਤੀ ਕਰ ਰਿਹਾ ਸੀ ਜ਼ੁਬਾਨ ਦੇ ਵਿੱਚੋਂ ਬੋਲਣਾ। ਹੁਣ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਪ੍ਰਭੂ ਪਰਮਾਤਮਾ ਨੇ ਦਿੱਤੀ ਹੀ ਜ਼ੁਬਾਨ ਇਸੇ ਵਾਸਤੇ ਹੈ। ਇਹਦੇ ਨਾਲ ਜੇ ਕੋਈ ਜੀਵ ਨਹੀਂ ਬੋਲਦਾ, ਪਰਮਾਤਮਾ ਦੇ ਗੁਣ ਨਹੀਂ ਗਾਉਂਦਾ, ਤੇ ਸਾਹਿਬ ਨੇ ਫਿਰ ਥੋੜੀ ਜਿਹੀ ਚੋਟ ਵੀ ਮਾਰੀ ਹੈ। ਸਾਹਿਬ ਜੀ ਕਹਿੰਦੇ ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਏ। ਜਿਹੜੀ ਰਸਨਾ ਪ੍ਰਭੂ ਦਾ ਨਾਮ ਨਹੀਂ ਜਪਦੀ ਉਸ ਰਸਨਾ ਨੂੰ ਫਿਰ ਕਰਨਾ ਵੀ ਕੀ ਹੈ, ਕਹਿੰਦੇ ਤਿਲ ਤਿਲ ਵਾਂਗੂ ਕੱਟ ਦੇਣੀ ਚਾਹੀਦੀ ਜਿਹੜੀ ਪਰਮਾਤਮਾ ਦਾ ਨਾਮ ਨਾ ਜਪੇ। ਦਾ ਮਤਲਬ ਗੁਰੂ ਸਾਹਿਬ ਨੇ 3 ਹੀ ਤਰੀਕੇ ਦੱਸ ਦਿੱਤੇ ਕਿ ਅੱਖਾਂ ਰਾਹੀਂ, ਕੰਨਾਂ ਰਾਹੀਂ ਸੁਣੋ, ਜ਼ੁਬਾਨ ਰਾਹੀਂ ਬੋਲੋ, 3 ਤਰੀਕਿਆਂ ਨਾਲ ਹੀ ਉਧਾਰ ਹੋ ਜਾਏਗਾ। ਸਾਹਿਬ ਜੀ ਸਾਡੀ ਰਸਨਾ ਦੀ ਗੱਲ ਕਰਦਿਆਂ ਹੋਇਆਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਕਿਤੇ ਐਸਾ ਨਾ ਹੋਵੇ ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ। ਐ ਮੇਰੀਏ ਰਸਨਾ ਜਿੰਨੀ ਦੇਰ ਹਰੀ ਦਾ ਰਸ ਨਾ ਆਇਆ ਉਨੀ ਦੇਰ ਦੁਨੀਆ ਦੇ ਚਸਕੇ ਤੇ ਰਸਿਆਂ ਤੋਂ ਤੂੰ ਬਚ ਨਹੀਂ ਸਕਦੀ। ਇਸੇ ਕਰਕੇ ਭਗਤਾਂ ਨੇ ਕਿਹਾ ਇਹ ਰਸ ਆਵਾ ਉਹ ਰਸ ਨਹੀਂ ਭਾਵਾ। ਜਿਸ ਦਿਨ ਇਹ ਜ਼ੁਬਾਨ ਦੇ ਵਿੱਚੋਂ ਪਰਮਾਤਮਾ ਦੇ ਨਾਮ ਦਾ ਰਸ ਆ ਗਿਆ ਉਦੋਂ ਦੁਨੀਆ ਦੇ ਰਸ ਤੇ ਚਸਕਿਆਂ ਤੋਂ ਜ਼ੁਬਾਨ ਉੱਪਰ ਉੱਠ ਜਾਏਗੀ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਜਦੋਂ ਇਸ ਜ਼ੁਬਾਨ ਨਾਲ ਪ੍ਰਭੂ ਪਰਮਾਤਮਾ ਦੇ ਗੁਣ ਗਾਵਾਂਗੇ ਤਾਂ ਵੀ ਭਲਾ ਹੁੰਦਾ ਹੈ। ਆਓ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੱਜ ਜਿਹੜੀ ਕਿਰਪਾ ਕੀਤੀ ਸ਼ਬਦ ਵਿੱਚ ਉਹਦਾ ਜਿਹੜਾ ਸਮੁੱਚਾ ਭਾਵ ਸੀ ਮੈਂ ਉਸਦਾ ਵਿਸਥਾਰ ਕੀਤਾ ਹੈ। ਸਾਹਿਬ ਜੀ ਕਹਿੰਦੇ ਜਦੋਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਨਾਮ ਜਲ ਦੀ ਵਰਖਾ ਹੁੰਦੀ ਹੈ ਤੇ ਨਾਮ ਜਲ ਦੀ ਵਰਖਾ ਦੇ ਨਾਲ ਫਿਰ ਜਿਹੜੇ ਜੀਵ ਉਸ ਨਾਮ ਜਲ ਨੂੰ ਪ੍ਰਾਪਤ ਕਰਦੇ ਹੈ, ਚਾਹੇ ਕੋਈ ਅੱਖਾਂ ਰਾਹੀਂ ਪ੍ਰਾਪਤ ਕਰੇ, ਕੋਈ ਕੰਨਾਂ ਰਾਹੀਂ ਪ੍ਰਾਪਤ ਕਰੇ, ਕੋਈ ਜ਼ੁਬਾਨ ਰਾਹੀਂ ਪ੍ਰਾਪਤ ਕਰੇ। ਮੇਰੇ ਸਾਹਿਬ ਜੀ ਕਹਿੰਦੇ 3 ਤਰੀਕਿਆਂ ਨਾਲ ਹੀ ਜੀਵ ਦਾ ਉਧਾਰ ਹੋ ਜਾਂਦਾ ਹੈ, ਜੀਵ ਦਾ ਭਲਾ ਹੋ ਜਾਂਦਾ ਹੈ। ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ। ਆਓ ਇੱਕ ਵਾਰ ਸਾਰੀ ਸੰਗਤ ਪਿਆਰ ਨਾਲ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਪਿੰਨੀ ਰਹਿਣ ਚਮਕਿਆ ਬੁੱਠਾ ਸ਼ਹਿਬਰ ਲਾਏ। ਜਦੋਂ ਸੁਹਾਵਣੀ ਰੁੱਤ ਬਣ ਗਈ, ਆਸਮਾਨ ਵਿੱਚ ਬਿਜਲੀ ਚਮਕੀ, ਬੱਦਲ ਬਣੇ, ਮੇਰੇ ਸਾਹਿਬ ਜੀ ਕਹਿੰਦੇ ਇੱਕ ਮਾਹੌਲ ਬਣ ਗਿਆ, ਬਰਸਾਤ ਹੋਏਗੀ, ਖੁਸ਼ੀ ਬਣ ਗਈ ਹੈ ਕਿ ਹੁਣ ਮੀਂਹ ਪਏਗਾ, ਜ਼ਿਮੀਂਦਾਰ ਖੁਸ਼ ਹੋ ਗਿਆ ਜੇ ਬਰਸਾਤ ਹੋਏਗੀ, ਅੰਨ ਧਨ ਪੈਦਾ ਹੋਵੇਗਾ। ਇਸ ਤਰ੍ਹਾਂ ਮਾਹੌਲ ਬਣ ਗਿਆ ਸਤਸੰਗਤ ਦਾ। ਸਤਸੰਗਤ ਦੇ ਮਾਹੌਲ ਵਿੱਚ ਆਏ ਤੇ ਪਤਾ ਚੱਲ ਗਿਆ ਹੁਣ ਨਾਮ ਦੀ ਵਰਖਾ ਹੋਣੀ ਹੈ। ਹੁਣ ਨਾਮ ਦੀ ਵਰਖਾ ਚੱਲੇਗੀ 1 2 2.5 ਘੰਟੇ ਤੇ ਸਿੱਖ ਨੇ ਇਸ 2 2.5 ਘੰਟੇ ਗੁਰੂ ਦੇ ਨਾਮ ਜਲ ਦੀ ਵਰਖਾ ਦੇ ਵਿੱਚ ਆਪਣੀ ਆਤਮਾ ਆਪਣੇ ਮਨ ਦਾ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਸ਼ਨਾਨ ਕਰਵਾਉਣਾ ਹੈ। ਜਿਤ ਬੁੱਠੈ ਅੰਨ ਧਨ ਬਹੁਤ ਉਪਜੈ ਜਾਂ ਸ਼ਹੁ ਕਰੇ ਰਜ਼ਾਏ। ਸ਼ਹੁ ਮੈਨੇ ਪਰਮਾਤਮਾ ਉਹਦੀ ਰਜ਼ਾ ਵਿੱਚ ਹੀ ਫਿਰ ਇਹ ਬਰਸਾਤ ਹੋਈ ਤੇ ਸਾਹਿਬ ਕਹਿੰਦੇ ਨੇ ਬਹੁਤ ਅੰਨ ਪੈਦਾ ਹੋਇਆ। ਉਸ ਅੰਨ ਤੋਂ ਮੁੜ ਕੇ ਧਨ ਵੀ ਨਾਲ ਹੀ ਪੈਦਾ ਹੋ ਗਿਆ। ਅੰਨ ਆਇਆ ਤੇ ਨਾਲ ਹੀ ਧਨ ਆ ਗਿਆ। ਪਰ ਸਾਹਿਬ ਜੀ ਕਹਿੰਦੇ ਉਹਦੀ ਰਜ਼ਾ ਵਿੱਚ ਹੀ ਸਾਰਾ ਕੁਝ ਵਰਤਦਾ ਹੈ। ਜਿਤ ਖਾਧੈ ਮਨ ਤ੍ਰਿਪਤੀਐ ਜਾਂ ਜੀਆਂ ਜੁਗਤ ਸਮਾਏ। ਜਿਸ ਦੇ ਖਾਣ ਨਾਲ ਸਾਨੂੰ ਤ੍ਰਿਪਤੀ ਹੁੰਦੀ ਹੈ। ਅੰਨ ਪੈਦਾ ਹੋਇਆ, ਅੰਨ ਜੀਵ ਦੇ ਵਾਸਤੇ। ਜੇ ਕੋਈ ਬੰਦਾ ਕਵੇ ਕਿ ਮੈਂ ਜੀ ਅੰਨ ਛੱਡ ਕੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਤੇ ਸਾਹਿਬ ਨੇ ਪ੍ਰਵਾਨ ਨਹੀਂ ਕੀਤਾ। ਛੋੜੈ ਅੰਨ ਕਰੈ ਪਖੰਡ ਨਾ ਸੁਹਾਗਣ ਨਾ ਹੋਏ ਰੰਡ। ਗੁਰੂ ਸਾਹਿਬ ਨੇ ਪ੍ਰਵਾਨ ਨਹੀਂ ਕੀਤਾ।
ਹੁਣ ਕਈ ਵਾਰ ਤੁਸੀਂ ਦੇਖੋ ਕਈਆਂ ਨਾਲ ਇਹ ਸਾਖੀਆਂ ਜੋੜ ਦਿੰਨੇ ਅਸੀਂ ਕਿ ਫਲਾਣੇ ਬਾਬਾ ਜੀ ਤੇ ਉਹ ਜੀ ਖਾਂਦੇ ਹੀ ਕੁਝ ਨਹੀਂ ਹੈ ਤੇ ਉਹਨਾਂ ਰੋਟੀ ਪਾਣੀ ਛੱਡਿਆ। ਸਾਹਿਬ ਜੀ ਕਹਿੰਦੇ ਨੇ ਇਹ ਗੱਲ ਕਹਿਣੀ, ਇਹ ਇਉਂ ਕਹਿ ਲਓ ਉਸ ਜੀਵ ਦਾ ਵੀ ਨਰਾਦਰ ਹੈ, ਅੰਨ ਦਾ ਵੀ ਨਰਾਦਰ ਹੈ, ਰੱਬ ਦਾ ਵੀ ਇਹਦੇ ਵਿੱਚ ਨਰਾਦਰ ਹੈ ਵੀ ਰੱਬ ਨੇ ਤਾਂ ਅੰਨ ਪੈਦਾ ਕੀਤਾ ਜੀਵ ਦੇ ਵਾਸਤੇ ਵੀ ਤੇਰਾ, ਤਾਂ ਤੂੰ ਬਚ ਸਕਦਾ ਜੇ ਅੰਨ ਖਾਏਗਾ। ਤੇ ਜੇ ਕੋਈ ਇਹ ਪਖੰਡ ਕਰਦਾ ਤੇ ਸਾਹਿਬ ਬਾਣੀ ਵਿੱਚ ਕਹਿੰਦੇ ਉਹਦੇ ਪਖੰਡ ਨੂੰ ਇਉਂ ਜਾਣ ਲਵੋ, ਉਹ ਕੇਵਲ ਲੋਕਾਂ ਨੂੰ ਤਾਂ ਜ਼ਰੂਰ ਵਿਖਾਉਂਦਾ ਹੋਵੇਗਾ ਅੰਨ ਨਹੀਂ ਖਾਂਦਾ, ਰੋਟੀ ਨਹੀਂ ਖਾਂਦਾ, ਪਰ ਉਸ ਬੰਦੇ ਨੂੰ ਹੋ ਸਕਦਾ ਪਿੰਨੀਆਂ ਬਣਾ ਕੇ ਕਮਰੇ 'ਚ ਰੱਖੀਆਂ ਹੁਣ ਉਹ ਖਾਈ ਜਾਂਦਾ ਹੋਵੇ। ਬਾਣੀ ਦਾ ਬਚਨ ਹੈ, ਜਗ ਮੈਂ ਬਗਤੇ ਦੁੱਧਾ ਧਾਰੀ, ਗੁਪਤੀ ਖਾਵੇ ਵਟਕਾ ਸਾਰੀ। ਵਟਕਾ ਕਹਿੰਦੇ ਪਿੰਨੀਆਂ ਬਣਾਈਆਂ ਹੋਈਆਂ। ਹੁਣ ਬੰਦਾ ਬਾਹਰ ਤੇ ਆ ਕੇ ਕਵੇ ਜੀ ਦੇਖੋ ਜੀ ਸਾਡੇ ਬਾਬੇ ਨੇ ਤੇ ਹਫ਼ਤਾ ਹੋ ਗਿਆ ਰੋਟੀ ਨਹੀਂ ਖਾਧੀ, ਤੇ ਉਹਦਾ ਕਮਰੇ 'ਚ ਜਾ ਕੇ ਤਲਾਸ਼ੀ ਕਰੋ ਕੀ ਪਤਾ ਉਹਨੇ ਦੇਸੀ ਘਿਓ ਦੀਆਂ ਪਿੰਨੀਆਂ ਨਹੀਂ ਬਣਾ ਕੇ ਉੱਥੇ ਰੱਖੀਆਂ, ਰੋਜ਼ ਖਾ ਲੈਂਦਾ ਹੋਵੇ, ਫਿਰ ਉਹਨੂੰ ਰੋਟੀ ਦੀ ਵੀ ਕੀ ਲੋੜ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਇਸ ਤਰ੍ਹਾਂ ਜਗਤ ਵਿੱਚ ਕਈ ਪਖੰਡ ਕਰਦੇ ਨੇ। ਤੇ ਅੱਜ ਦੇ ਸ਼ਬਦ ਵਿੱਚ ਮੇਰੇ ਸਾਹਿਬ ਜੀ ਕਹਿੰਦੇ ਨਹੀਂ ਭਾਈ, ਪਰਮਾਤਮਾ ਨੇ ਅਨਾਜ ਕਿਉਂ ਪੈਦਾ ਕੀਤਾ? ਜਿੱਤ ਖਾਦਾ ਇਹ ਖਾਣ ਵਾਸਤੇ ਪਰਮਾਤਮਾ ਨੇ ਬਣਾਇਆ, ਪਰ ਇਹ ਵੀ ਨਹੀਂ ਕਿ ਦਿਨ ਰਾਤ ਬੰਦਾ ਖਾਣ 'ਚ ਹੀ ਲੱਗਾ ਰਵੇ। ਭਰਨ ਪੋਖਣ ਸੰਗਾਉਦ ਬਿਹਾਣੀ ਨਾ ਬਣ ਜਾਏ ਵੀ ਭਰ ਲਿਆ ਖਾਲੀ ਕਰ ਲਿਆ, ਪੇਟ ਭਰ ਲਿਆ ਖਾਲੀ ਕਰ ਲਿਆ। ਸਾਹਿਬ ਜੀ ਕਹਿੰਦੇ ਖਾਣਾ ਵੀ ਖਾਓ ਪਰ ਅਲਪ ਆਹਾਰ ਸੁਲਪ ਸੀ ਨਿੰਦਰਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ। ਤਾਂ ਸਾਹਿਬ ਕਹਿੰਦੇ ਜਿੱਤ ਖਾਦਾ ਮਨ ਤ੍ਰਿਪਤੀ ਹੈ, ਜੀਆਂ ਜੁਗਤ ਸਮਾਏ। ਜੁਗਤ ਦਾ ਇੱਥੇ ਅਰਥ ਹੈ ਪਰਮਾਤਮਾ ਨੇ ਜੁਗਤ ਬਣਾਈ ਹੈ ਕਿ ਅੰਨ ਤੋਂ ਬਿਨਾਂ ਸਾਡਾ ਉਧਾਰ, ਅੰਨ ਤੋਂ ਬਿਨਾਂ ਇਉਂ ਕਹਿ ਲਓ ਵੀ ਸਰੀਰ ਨਹੀਂ ਹੈ। ਤਾਂ ਸਾਹਿਬ ਜੀ ਕਿਰਪਾ ਕਰਦੇ ਨੇ, ਇਸ ਧਨ ਇਹ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ। ਸਾਹਿਬ ਜੀ ਕਹਿੰਦੇ ਇਹ ਜਿਹੜਾ ਬਾਹਰੀ ਧਨ ਹੈ ਨਾ, ਇਉਂ ਕਹਿ ਲਓ ਕਿ ਅਨਾਜ ਪੈਦਾ ਹੋਇਆ, ਕਈ ਵਾਰ ਫਸਲ ਮਾਰੀ ਜਾਂਦੀ, ਕਈ ਵਾਰ ਜ਼ਿਆਦੀ ਹੋ ਜਾਂਦੀ ਹੈ, ਇਹ ਤਾਂ ਕਰਤੇ ਦੀ ਖੇਲ ਹੈ, ਚੱਲਦਾ ਰਹਿੰਦਾ ਹੈ। ਸਾਹਿਬ ਜੀ ਕਹਿੰਦੇ ਕਰਤੇ ਦਾ ਖੇਲ ਹੈ, ਕਦੀ ਧਨ ਆਉਂਦਾ ਕਦੀ ਚਲਿਆ ਜਾਂਦਾ। ਬਾਣੀ ਦਾ ਬਚਨ ਹੈ, ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਸਾਹਿਬ ਜੀ ਕਹਿੰਦੇ ਜੇ ਧਨ ਕੋਲ ਆ ਗਿਆ ਤੇ ਬੰਦਾ ਫੁੱਲਿਆ ਨਹੀਂ ਸਮਾਂਦਾ, ਤੇ ਜੇ ਧਨ ਕੋਲੋਂ ਚਲਿਆ ਗਿਆ ਤੇ ਬੰਦਾ ਰੋਣ ਲੱਗ ਪੈਂਦਾ। ਮੈਂ ਇੱਕ ਜਗ੍ਹਾ ਤੇ ਗਿਆ, ਨਾਂ ਨਹੀਂ ਚਲੋ ਲੈਣਾ ਚਾਹੀਦਾ, ਮੈਂ ਇੱਕ ਜਗ੍ਹਾ ਤੇ ਕੁਝ ਸਮਾਂ ਸੇਵਾ ਕੀਤੀ। ਉੱਥੋਂ ਦਾ ਜਿਹੜੇ ਜ਼ਿੰਮੇਵਾਰ ਸੀ ਪ੍ਰਬੰਧਕ ਬਾਬਾ ਜੀ ਉਸ ਡੇਰੇ ਦੇ, ਜਿੱਥੇ ਮੈਂ ਰਹਿ ਕੇ ਕੁਝ ਦਿਨ ਸੇਵਾ ਕੀਤੀ ਪ੍ਰਚਾਰ ਦੀ, ਉਹਨਾਂ ਨੇ ਇੱਕ ਗੱਲ ਕਹੀ, ਕਹਿਣ ਲੱਗੇ ਜਿਸ ਦਿਨ ਉਹਦੇ ਕੋਲੋਂ ਜਿਹੜੇ ਮੁਲਾਜ਼ਮ ਸਨ ਤਨਖਾਹ ਜਦੋਂ ਲੈਣੀ ਹੁੰਦੀ ਸੀ, ਤੇ ਉਹਨੇ ਉਹ ਕਹੀ ਇਹ ਗੱਲ ਕਹਿੰਦਾ ਸੀ ਵੀ ਜਿਸ ਦਿਨ ਮੇਰੇ ਤੋਂ ਤੁਸੀਂ ਤਨਖਾਹ ਮੰਗਣੀ ਹੋਵੇ ਨਾ, ਮੇਰੇ ਚਿਹਰੇ ਵੱਲੇ ਪੜ੍ਹ ਲਿਆ ਕਰਿਓ ਜੀ। ਪੁੱਛਿਆ ਜੀ ਚਿਹਰੇ ਵੱਲੇ ਕੀ? ਕਹਿੰਦਾ ਜਿੱਦਣ ਮੈਨੂੰ ਖੁਸ਼ੀ ਹੋਵੇ ਉਦੋਂ ਮੇਰੇ ਤੋਂ ਪੈਸੇ ਮੰਗਿਆ ਕਰੋ, ਇਹਦਾ ਮਤਲਬ ਮੇਰੇ ਕੋਲੇ ਪੈਸੇ ਨੇ ਜਿੱਦਣ ਮੈਂ ਖੁਸ਼ ਹੋਵਾਂ। ਜਿੱਦਣ ਮੇਰਾ ਚਿਹਰਾ ਤੁਹਾਨੂੰ ਇਹ ਲੱਗੇ ਵੀ ਬੜਾ ਗੁੱਸੇ ਵਾਲਾ ਹੈ, ਤੁਸੀਂ ਅੰਦਾਜ਼ਾ ਲਾ ਲਿਓ ਅੱਜ ਬਾਬੇ ਕੋਲ ਪੈਸੇ ਨਹੀਂ ਮੰਗਣੇ, ਕਿਉਂਕਿ ਅੱਜ ਇਹਦੇ ਕੋਲੇ ਪੈਸਾ ਹੈ ਨਹੀਂ, ਗੁੱਸੇ ਤਾਂ ਗੁੱਸੇ ਵਿੱਚ ਕਿ ਪੈਸਾ ਕੋਲ ਨਹੀਂ। ਚਲੋ ਚੰਗੀ ਗੱਲ ਉਹਨੇ ਖੁਦ ਹੀ ਆਪ ਦੱਸ ਦਿੱਤੀ। ਕਹਿੰਦਾ ਇਹ ਹੈ ਤਰੀਕਾ ਮੇਰੇ ਕੋਲੋਂ ਪੈਸੇ ਮੰਗਣ ਦਾ, ਜਿੱਦਣ ਮੈਂ ਗੱਡੀ 'ਚ ਉਤਰਦਿਆਂ ਸਾਰ ਬੜਾ ਖੁਸ਼ ਹੋਵਾਂ ਉਦੋਂ ਹੀ ਮੰਗ ਲਿਓ, ਤੁਹਾਨੂੰ ਪਤਾ ਹੋਵੇਗਾ ਵੀ ਅੱਜ ਇਹਦੇ ਕੋਲੇ 4 ਪੈਸੇ ਹੈਗੇ ਆ। ਪਰ ਜਿੱਦਣ ਮੈਂ ਗੱਡੀ 'ਚ ਉਤਰਦਿਆਂ ਹੋਇਆ ਇੱਕ ਦੂਜੇ ਨੂੰ ਪੈ ਜਾਵਾਂ, ਇੱਧਰੋਂ ਪੈ ਗਿਆ ਉੱਧਰ ਪੈ ਗਿਆ, ਉਦੋਂ ਮੇਰੇ ਲਾਗੇ ਨਾ ਆਇਓ, ਤੁਸੀਂ ਅੰਦਾਜ਼ਾ ਲਾ ਲਿਓ ਅੱਜ ਬਾਬੇ ਦੀ ਜੇਬ 'ਚ ਕੋਈ ਪੈਸਾ ਨਹੀਂ ਹੈਗਾ। ਮੇਰੇ ਸਾਹਿਬ ਜੀ ਕਹਿੰਦੇ ਤਾਂ ਕਰਤੇ ਦਾ ਖੇਲ ਹੀ ਹੈ ਨਾ, ਕਦੀ ਧਨ ਆ ਗਿਆ ਕਦੀ ਚਲਿਆ ਗਿਆ, ਇਹ ਤਾਂ ਕੁਦਰਤ ਦੀ ਖੇਡ ਹੈ। ਪਰ ਮੇਰੇ ਸਾਹਿਬ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ, ਇਸ ਧਨ ਦਾ ਤੇ ਖੇਡ ਪਰਮਾਤਮਾ ਨੇ ਬਣਾਤੀ, ਕਦੀ ਆਇਆ ਕਦੀ ਚਲਿਆ ਗਿਆ। ਹੁਣ ਸਤਿਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਅਖੀਰਲੀਆਂ ਪੰਕਤੀਆਂ ਵਿੱਚ, ਗਿਆਨੀਆਂ ਕਾ ਧਨ ਨਾਮ ਹੈ। ਮੇਰੇ ਸਾਹਿਬ ਜੀ ਕਹਿੰਦੇ ਜਿਹੜਾ ਗਿਆਨਵਾਨ ਹੈ, ਜਿਹੜਾ ਪ੍ਰਭੂ ਪਰਮਾਤਮਾ ਵਾਹਿਗੁਰੂ ਨਾਲ ਜੁੜਨ ਵਾਲਾ ਉਹਦਾ ਭਗਤ ਹੈ, ਉਹਦੇ ਕੋਲੇ ਕਿਹੜਾ ਧਨ ਹੈ? ਕਹਿੰਦੇ ਨਾਮ ਰੂਪੀ। ਗਿਆਨੀਆਂ ਕਾ ਧਨ ਨਾਮ ਹੈ, ਸਦ ਹੀ ਰਹਿ ਸਮਾਏ। ਕਹਿੰਦੇ ਉਹਨਾਂ ਦੇ ਕੋਲੇ ਨਾਮ ਦਾ ਧਨ ਹੈ ਜੋ ਸਦਾ ਹੀ ਰਹਿੰਦਾ ਹੈ, ਕਦੀ ਜਾਂਦਾ ਨਹੀਂ। ਇਹ ਧਨ ਉਹ ਹੈ ਜਿਹਦੇ ਬਾਰੇ ਮੇਰੇ ਸਾਹਿਬ ਜੀ ਕਹਿੰਦੇ ਇਹ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਜਿਹੜਾ ਨਾ ਕਦੀ ਮੁੱਕਦਾ ਤੇ ਨਾ ਕਦੀ ਜਾਂਦਾ। ਜਿਸ ਧਨ ਬਾਰੇ ਮੇਰੇ ਸਾਹਿਬ ਜੀ ਕਹਿੰਦੇ ਨੇ ਇਸ ਧਨ ਨੂੰ ਕੋਈ ਚੋਰ ਉਚੱਕਾ ਵੀ ਨਹੀਂ ਲਿਜਾ ਸਕਦਾ। ਜਿਸ ਧਨ ਬਾਰੇ ਗੁਰੂ ਮਹਾਰਾਜ ਜੀ ਕਹਿੰਦੇ ਨੇ, ਅਸੀਂ 12 ਮਾਹ ਦੀ ਬਾਣੀ ਵਿੱਚ ਪੜ੍ਹਦੇ ਬਚਨ, ਮੇਰੇ ਸਾਹਿਬ ਜੀ ਕਹਿੰਦੇ ਨੇ ਇਹ ਪਰਮਾਤਮਾ ਦਾ ਨਾਮ ਰੂਪੀ ਧਨ ਉਹ ਹੈ ਕਿ ਨਾ ਇਹਨੂੰ ਕੋਈ ਸੰਨ ਲਾ ਕੇ ਖੜ ਸਕਦਾ ਹੈ, ਨਾ ਇਹਨੂੰ ਚੋਰੀ ਕਰਕੇ ਕੋਈ ਖੜ ਸਕਦਾ ਹੈ। ਮੇਰੇ ਸਾਹਿਬ ਜੀ ਕਹਿੰਦੇ ਸੰਨ ਲਾਉਣੀ ਚੋਰੀ ਦੀ ਤਾਂ ਬੜੀ ਦੂਰ ਦੀ ਗੱਲ ਹੈ। ਇਸ ਧਨ ਨੂੰ ਦੁਨੀਆ ਦੀ ਤਾਕਤ ਸਾੜ ਵੀ ਨਹੀਂ ਸਕਦੀ, ਡੋਬ ਵੀ ਨਹੀਂ ਸਕਦੀ। ਮੇਰੇ ਸਾਹਿਬ ਜੀ ਕਹਿੰਦੇ ਨੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੇ ਜਾਲੇ। ਨਾ ਚੋਰ ਚੁਰਾ ਕੇ ਖੜ ਸਕਦਾ ਹੈ, ਨਾ ਡੋਬਿਆ ਜਾ ਸਕਦਾ ਹੈ, ਨਾ ਅੱਗ ਇਸ ਧਨ ਨੂੰ ਸਾੜ ਸਕਦੀ ਹੈ। ਦੂਜੇ ਧਨ ਦਾ ਤੇ ਖਤਰਾ, ਪਰ ਇਸ ਧਨ ਦਾ ਕੋਈ ਖਤਰਾ ਨਹੀਂ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਨਾਮ ਰੂਪੀ ਧਨ ਜਿਹੜਾ ਸਦਾ ਹੀ ਜੀਵ ਦੇ ਕੋਲ ਰਹਿੰਦਾ ਹੈ, ਜਿਸ ਧਨ ਬਾਰੇ ਰੋਜ਼ ਅਸੀਂ ਪੜ੍ਹਦੇ ਹਾਂ। ਜਦੋਂ ਸੁਖਮਨੀ ਸਾਹਿਬ ਦਾ ਪਾਠ ਕਰਨ ਵਾਲੀਆਂ ਸਿੱਖ ਸੰਗਤਾਂ
ਉਹ ਇਸ ਨਾਮ ਧਨ ਬਾਰੇ ਇਹ ਅਸੀਂ ਪੜ੍ਹਦੇ ਹਾਂ ਕਿ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚਲੈ। ਜਹ ਮੁਸ਼ਕਿਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਇਹ ਉਹ ਨਾਮ ਧਨ ਹੈ ਜਿੱਥੇ ਕੋਈ ਸਹਾਇਤਾ ਨਹੀਂ ਕਰਦਾ, ਉੱਥੇ ਨਾਮ ਦਾ ਧਨ ਜਾਂਦਾ ਹੈ। ਸਾਹਿਬ ਕਹਿੰਦੇ ਗਿਆਨੀਆਂ ਕਾ ਧਨ ਨਾਮ ਹੈ, ਸਦ ਹੀ ਰਹੇ ਸਮਾਏ। ਨਾਨਕ ਜਿਨ ਕੋ ਨਦਰ ਕਰੇ, ਤਾਂ ਇਹ ਧਨ ਪੱਲੇ ਪਾਏ। ਸਾਹਿਬ ਜੀ ਕਹਿੰਦੇ ਆਪਣੀ ਸਿਆਣਪ ਚਲਾਕੀ ਚਤਰਾਈ ਨਾਲ ਨਹੀਂ, ਪ੍ਰਭੂ ਪਰਮਾਤਮਾ ਆਪਣੀ ਮਿਹਰ ਦੀ ਨਿਗਾਹ ਕਰ ਦੇਵੇ, ਆਪਣੀ ਨਦਰ ਕਰ ਦੇਵੇ, ਉਹਦੀ ਨਦਰ ਦੇ ਨਾਲ ਹੀ ਫਿਰ ਇਹ ਨਾਮ ਦਾ ਧਨ ਮਿਲਦਾ। ਜਿਹਦੇ ਪੱਲੇ ਪਰਮਾਤਮਾ ਨਾਮ ਦਾ ਧਨ ਪਾ ਦਿੰਦਾ ਹੈ, ਉਹਦੇ ਬਾਰੇ ਆਪਾਂ ਸਾਰੇ ਇੱਕ ਵਾਰ ਆਓ ਮਿਲ ਕੇ ਪੜ੍ਹ ਲਈਏ, ਫਿਰ ਦਾਸ ਸਮਾਪਤੀ ਕਰੇ। ਸਾਰੀ ਸੰਗਤ ਕਰੋ ਕਿਰਪਾ। ਇਹ ਨਾਮ ਰੂਪੀ ਧਨ ਜਦੋਂ ਮਿਲ ਜਾਂਦਾ ਤੇ ਕਿੰਨੀਆਂ ਕੁ ਰਹਿਮਤਾਂ ਵਰਤ ਜਾਂਦੀਆਂ ਨੇ। ਜਿਨੀ ਨਾਮ ਤੇ ਆਇਆ, ਜਿਨੀ ਨਾਮ ਤੇ ਆਇਆ, ਜਿਨੀ ਨਾਮ ਜਿਨੀ ਨਾਮ ਤੇ ਆਇਆ, ਜਿਨੀ ਨਾਮ ਤੇ ਆਇਆ। ਗਏ ਮਸ਼ਕਤ ਕਾਲ, ਗਏ ਮਸ਼ਕਤ ਕਾਲ, ਗਏ ਨਾਨਕ ਤੇ ਮੁਖ ਉਜਲੇ, ਨਾਨਕ ਤੇ ਮੁਖ ਉਜਲੇ। ਕੀਤੀ ਛੁੱਟੀ ਨਾਲ, ਕੀਤੀ ਛੁੱਟੀ ਨਾਲ, ਕੀਤੀ ਛੁੱਟੀ ਨਾਲ, ਕੀਤੀ ਛੁੱਟੀ ਨਾਲ। ਸਤਿਗੁਰੂ ਕਿਰਪਾ ਕਰਦੇ ਨੇ ਨਾਮ ਰੂਪੀ ਧਨ ਦੇ ਨਾਲ ਲੋਕ ਪਰਲੋਕ ਦੇ ਵਿੱਚ ਮੁਖ ਉਜਲਾ ਹੋ ਜਾਂਦਾ ਹੈ। ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿਵੇਂ ਕਿਰਪਾ ਕਰਕੇ ਆਪ ਸ਼ਬਦ ਦੀ ਸੇਵਾ ਲਈ ਹੈ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੁੱਟਾਂ ਹੋ ਗਈਆਂ। ਸਤਿਗੁਰੂ ਜੀ ਤੇ ਸਾਧ ਸੰਗਤ ਬਖਸ਼ਣਯੋਗ ਹੈ, ਭੁੱਲ ਚੁੱਕਦੀ ਆਪ ਜੀਆਂ ਨੇ ਖਿਮਾ ਕਰਨੀ। ਅਗਾਂਹ ਵਾਸਤੇ ਸਤਿਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਨ, ਸੰਗਤਾਂ ਇਸੇ ਤਰ੍ਹਾਂ ਅਸੀਸਾਂ ਬਖਸ਼ਿਸ਼ ਕਰਨ, ਤਾਂ ਕਿ ਸਤਿਗੁਰੂ ਮਹਾਰਾਜ ਜੀ ਆਪਣੇ ਪਾਵਨ ਪਵਿੱਤਰ